पंकज बंदन। सिमरो अंगद दोख निकंदन। अमरदास गुर हृदय त्यामो, हृदय त्यामो। श्री गुरु रामदास गुण गावो। श्री अर्जन बिघ्नन के नाशक, बिघ्नन के नाशक। श्री हर गोबिंद शोभ सुमत प्रकाशक। श्री अर्जन बिघ्नन के नाशक, बिघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह बिसाला। तरो तरा पर पुन पुन सीसा, पुन पुन सीसा। बंदहु बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह, विघ्न विनाशन सोए। हाजरा हजूर जहरा जहूर, सर्ब कला भरपूर। सच्चे पातशाह गरीब नवाज अंतरजामी, सुखां दे सागर बख्शिंद सच्चे पातशाह। दीन दयाल कृपाल अंतरजामी, पूरन पार ब्रह्म परमेश्वर। वाहिगुरु अकाल पुरख सबरूप सच्चे पातशाह। सदा ही बख्शिंद मुकत भुगत जुगत दे दाते सतगुरु। समरथ सतगुरु परतख सतगुरु, धन धन अंतरजामी सच्चे पातशाह जी महाराज। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्रेम दे नाल सब सिख संगतां उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। धन धन श्री गुरु ग्रंथ साहिब जी। धन धन श्री गुरु ग्रंथ साहिब जी महाराज। हजूर सच्चे पातशाह महाराज जी दी पवित्र हाजूरी दे अंदर सुभाएमान गुरु की साजी नवाजी। गुरु जी का खास रूप गुरु खालसा साध संगत जीओ। सतगुरु जी ने किरपा की है, दया की है जिंदगी दे विच गुरु जी की हजूरी विच बैठण दा, गुरु जी के दर्शन करन दा ते गुरु जी की बाणी सुनन दा सुभाग समा सानू बख्शिश कीता है। जिन्हां उत्ते बहुती किरपा होवे, बड़ी महान बख्शिश होवे, उन्हां नूं ऐसी दात मिलती है जी। नहीं तो कलयुग का समा है,
ਘੋਰ ਕਲਯੁਗ ਦਾ ਸਮਾਂ ਜੀ। ਸੰਸਾਰ ਬਹੁਤ ਪਾਸੇ ਲੱਗਿਆ ਹੋਇਆ ਜੀ, ਬਹੁਤ ਕੁਝ ਸੁਣ ਰਿਹਾ, ਬਹੁਤ ਕੁਝ ਵੇਖ ਰਿਹਾ ਤੇ ਬਹੁਤ ਕੁਝ ਕਰ ਰਿਹਾ ਜੀ। ਪਰ ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ। ਕੱਲ ਮੈਂ ਇਹੋ ਪੁੰਨ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਦੱਸਦੇ ਆ ਕਲਯੁਗ ਦੇ ਵਿੱਚ ਸਭ ਤੋਂ ਵਧੀਆ ਪੁੰਨ ਕਰਮ ਕਿਹੜਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਲਯੁਗ ਦੇ ਵਿੱਚ ਪੁੰਨ ਕਿਹੜਾ ਹੈਗਾ ਜੀ, ਪੁੰਨ ਕਿਹੜਾ ਹੈਗਾ ਜੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਰੱਬ ਦੇ ਗੁਣ ਗਾਓ। ਮਹਾਰਾਜ ਕਹਿੰਦੇ ਬੜਾ ਹੀ ਵੱਡਾ ਪੁੰਨ ਹੈ। ਕਹਿਣ ਲੱਗੇ ਇਹਦੇ ਤੋਂ ਉੱਤੇ ਪੁੰਨ ਹੀ ਕੋਈ ਨਹੀਂ ਹੈਗਾ। ਕਹਿਣ ਲੱਗੇ ਬੜਾ ਮਹਾਨ ਕਰਮ ਹੈ। ਗੁਰੂ ਜੀ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਸੰਗਤ ਤੋਂ ਬੰਦੇ ਦੇ ਅੰਦਰ ਮੈਲ ਹੀ ਭਰੀ ਰਹਿੰਦੀ ਹੈ ਜੀ। ਜਿੰਨਾ ਚਿਰ ਤੱਕ ਸੰਗਤ ਨਹੀਂ ਕਰਦਾ ਮੈਲ ਲੱਥਦੀ ਨਹੀਂ ਜੀ। ਸੰਗਤ ਕਰਨ ਵਾਲੇ ਬੰਦੇ ਤੇ ਆਮ ਬੰਦੇ ਵਿੱਚ ਤਕਰੀਬਨ ਫਰਕ ਹੋਏਗਾ ਜੀ। ਜਿੰਨਾ ਕੁ ਉਹਨੇ ਸੰਗਤ ਦਾ ਅਸਰ ਕਬੂਲਿਆ ਹੋਏਗਾ ਉਹਨਾਂ ਕੁ ਉਹਦੀ ਜ਼ਿੰਦਗੀ ਵਿੱਚ ਫਰਕ ਹੋਏਗਾ ਜੀ। ਆਮ ਬੰਦੇ ਨਾਲੋਂ ਤੇ ਸੰਗਤ ਕਰਨ ਵਾਲੇ ਬੰਦੇ ਵਿੱਚ ਫਰਕ ਹੁੰਦਾ ਜੀ। ਕਿਉਂ ਜੀ? ਆਮ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਤੇ ਕਾਲਾ ਹੋਆ ਸਵਾਹੋ। ਸੰਗਤ ਕਰਦਿਆਂ ਕਰਦਿਆਂ ਜਿਹੜੀ ਮੈਲ ਹੈ ਨਾ ਜੀ ਉਹ ਉਤਰਦੀ ਹੈ ਜੀ। ਹਰ ਰੋਜ਼ ਗੁਰੂ ਦੇ ਦਰਸ਼ਨ ਕਰਨੇ, ਆਉਣਾ ਜਾਣਾ, ਬੈਠਣਾ ਸੁਣਨਾ, ਇਹਦਾ ਬੜਾ ਹੀ ਮਹੱਤਮ ਹੈ। ਸੋ ਆਪ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਨੇ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਕੀਰਤਨ ਸਰਵਣ ਕੀਤਾ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਣ ਰਹੇ ਹੋ। ਜਿਹੜੀ ਕਥਾ ਚੱਲ ਰਹੀ ਹੈ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਸਿੱਖ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਛੁੱਟੀ ਮੰਗ ਰਹੇ ਨੇ ਜੀ। ਸਰੀਰ ਛੱਡ ਰਹੇ ਨੇ। ਛੁੱਟੀ ਆਗਿਆ ਲੈ ਲੈ ਕੇ ਸਰੀਰ ਛੱਡਣ ਦੇ। ਮਹਾਰਾਜ ਸਾਨੂੰ ਵੀ ਆਗਿਆ ਦੇ ਦਿਓ, ਸਾਨੂੰ ਵੀ ਆਗਿਆ ਦੇ ਦਿਓ। ਤੁਸਾਂ ਸਰਵਣ ਕੀਤਾ ਬਹੁਤ ਸਾਰਿਆਂ ਨੂੰ ਤੇ ਪਹਿਲਾਂ ਹੀ ਪਤਾ ਲੱਗ ਗਿਆ ਵੀ ਅੱਜ ਆਪਾਂ ਸਰੀਰ ਛੱਡਣਾ ਜੀ। ਬਹੁਤ ਸਾਰਿਆਂ ਨੂੰ ਪਹਿਲਾਂ ਪਤਾ ਲੱਗ ਗਿਆ। ਜਿਨ੍ਹਾਂ ਵਿੱਚੋਂ ਬਾਬਾ ਬਿਧੀ ਚੰਦ ਜੀ ਬਾਰੇ ਸੁਣਿਆ, ਹੋਰ ਤੁਸੀਂ ਬਾਬਕ ਰਬਾਬੀ ਜੀ ਬਾਰੇ ਸੁਣਿਆ, ਸਾਈਂ ਬੁੱਢਣ ਸ਼ਾਹ ਬਾਰੇ ਸੁਣਿਆ, ਬਾਬਾ ਜੀ ਬਾਬਾ ਗੁਰਦਿੱਤਾ ਜੀ ਹੁਕਮ ਵਿੱਚ ਸਰੀਰ ਤਿਆਗ ਗਏ। ਹੋਰ ਹੁਣ ਭਾਈ ਜਾਤੀ ਮਲਕ ਜੀ ਦਾ ਪ੍ਰਸੰਗ ਤੁਸੀਂ ਸੁਣਿਆ ਕੱਲ। ਸੰਗਤ ਜੀ ਭਾਈ ਜਾਤੀ ਮਲਕ ਜੀ ਬ੍ਰਾਹਮਣ ਸਨ ਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ ਜੀ। ਗੁਰੂ ਜੀ ਦੀ ਹਜ਼ੂਰੀ 'ਚ ਬੜੇ ਤਰ੍ਹਾਂ ਦੇ ਨਿਰਮਲੇ, ਉਦਾਸੀ, ਨਿਹੰਗ ਸਿੰਘ, ਬੜੇ ਸਿੱਖ ਰਹਿੰਦੇ ਹੁੰਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ। ਇਹੋ ਹੀ ਮਰਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਸੀ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬ੍ਰਾਹਮਣ ਵੀ ਰਹਿੰਦੇ ਸਨ, ਹਰ ਕੋਈ ਰਹਿੰਦਾ ਸੀਗਾ ਜੀ। ਗੁਰਮੁਖੋ ਇੱਥੇ ਕੋਈ ਵੀ ਆਵੇ ਕਿਸੇ ਜਾਤ ਧਰਮ ਦਾ ਆਦੇ, ਗੁਰੂ ਜੀ ਨੇ ਸਾਰਿਆਂ ਨੂੰ ਗਲ ਦੇ ਨਾਲ ਲਾਇਆ ਜੀ। ਕੋਈ ਭੇਦ ਭਾਵ ਨਹੀਂ ਸੱਚੇ ਪਾਤਸ਼ਾਹ ਨੇ ਕੀਤਾ। ਹੈ ਤੇ ਉਹ ਜਾਤੀ ਮਲਕ ਜੀ ਬ੍ਰਾਹਮਣ ਸਨ ਜੀ, ਪਰ ਜਿੱਥੇ ਉਹਨਾਂ ਨੇ ਵਿਦਵਾਨ ਬਣੇ, ਗ੍ਰੰਥ ਪੜ੍ਹੇ, ਉੱਥੇ ਜੰਗਾਂ ਯੁੱਧਾਂ ਦੇ ਵਿੱਚ ਵੀ ਨਾਲ ਜੰਗ ਲੜ ਕੇ ਗੁਰੂ ਘਰ ਦੀ ਸੇਵਾ ਕੀਤੀ ਜੀ। ਵੇਖ ਲਓ ਇਹ ਜਿਹੜੇ ਭਾਈ ਬਾਬਕ ਰਬਾਬੀ ਜੀ ਜਿਹੜੇ ਹੋਏ ਨੇ, ਉਹਨਾਂ ਨੇ ਵੀ ਜੰਗ ਯੁੱਧ ਵਿੱਚ ਗੁਰੂ ਜੀ ਦਾ ਸਾਥ ਦਿੱਤਾ। ਪਰ ਇਹਨਾਂ ਦਾ ਜਿਹੜਾ ਅੰਤਮ ਸਮਾਂ ਸੀ ਉਹ ਜੰਗਾਂ ਵਿੱਚ ਨਹੀਂ ਲਿਖਿਆ ਜੀ। ਬੜੇ ਸਿੱਖ ਜੰਗ ਵਿੱਚ ਸ਼ਹੀਦ ਹੋਏ। ਬਾਬਾ ਬਿਧੀ ਚੰਦ ਜੀ ਨੇ ਤੇ ਤਕਰੀਬਨ ਚਾਰੋਂ ਜੰਗਾਂ 'ਚ ਹੀ ਸਾਥ ਦਿੱਤਾ ਜੀ। ਚਾਰੋਂ ਜੰਗਾਂ ਵਿੱਚ ਹੀ ਸੇਵਾ ਨਿਭਾਈ ਜੀ। ਪਰ ਅੰਤਮ ਸਮਾਂ ਕਿਤੇ ਹੋਰ ਲਿਖਿਆ ਸੀਗਾ ਜੀ। ਜਾਤੀ ਮਲਕ ਜੀ ਨੇ ਆਖਿਆ, ਮਹਾਰਾਜ ਮੈਂ ਬ੍ਰਾਹਮਣ ਆ, ਬ੍ਰਾਹਮਣ ਲੋਕ ਦਾਨ ਲੈਂਦੇ ਨੇ, ਕਿਰਪਾ ਕਰੋ ਮੈਨੂੰ ਵੀ ਦਾਨ ਦਿਓ। ਮਹਾਰਾਜ ਕਹਿੰਦੇ, ਜਾਤੀ ਮਲਕ ਜੇ ਤੂੰ ਬ੍ਰਾਹਮਣ ਹੈ, ਜੇ ਤੂੰ ਦਾਨ ਮੰਗਣਾ ਹੀ ਚਾਹੁੰਦਾ ਹੈ ਤੇ ਦੱਸ ਕਿਹੜਾ ਦਾਨ ਤੂੰ ਲੈਣਾ। ਜਾਤੀ ਮਲਕ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਮੈਨੂੰ ਬ੍ਰਹਮ ਗਿਆਨ ਦੇ ਦਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਪੋ ਆਪਣੀ ਅਵਸਥਾ ਵੇਖੋ। ਸੰਸਾਰ ਦੇ ਵਿੱਚ ਜਿਹੋ ਜਿਹਾ ਬੰਦੇ ਦਾ ਮਨ ਹੋਏਗਾ ਉਹੋ ਜਿਹੀ ਉਹਦੀ ਮੰਗ ਹੋਏਗੀ ਜੀ। ਜੈਸਾ ਮਨ ਹੈ ਵੈਸੀ ਮੰਗ ਹੋਏਗੀ। ਮਨ ਹੀ ਧਾਰਮਿਕ ਨਹੀਂ ਹੈਗਾ ਤੇ ਮੰਗ ਕਿੱਥੋਂ ਧਾਰਮਿਕ ਹੋਏਗੀ ਜੀ। ਤੇ ਜੇ ਮਨ ਸਵਰਿਆ ਹੋਇਆ ਹੈ, ਮਨ ਸਿੱਧਾ ਹੋ ਗਿਆ ਜੀ, ਹਾਂਜੀ, ਤੇ ਅੰਦਰੋਂ ਮੰਗ ਵੀ ਵਧੀਆ ਪੈਦਾ ਹੋਏਗੀ ਜੀ। ਹਾਂਜੀ, ਬਹੁਤ ਵਾਰ ਮਨ ਸਿੱਧਾ ਹੀ ਨਹੀਂ ਬੰਦੇ ਦਾ ਹੁੰਦਾ ਤੇ ਕੰਮ ਹੀ ਨਹੀਂ ਬਣਦਾ।
महाराज कहते ना मन मरै ना कारज होए। मन मरै दा मतलब की है? मन सीधा नहीं जी हुंदा जी, फुरने नहीं मरदे जी। सच्चे पातशाह कोलों जाति मलक जी ने ब्रह्म ज्ञान की दात मंगी। महाराज मैं ब्राह्मण हाँ, सानू सारे लोग दान देंदे ने, तुसीं भी दिओ ते मैनू ब्रह्म ज्ञान की दात दिओ। गुरु जी कहन लगे जाति मलक अज तू शरीर छट देना, कहन लगे अज के आखो वाहिगुरु, अज तू ये दात मंगी है, सतगुरु कृपा करन। फिर गुरमुखो गुरु जी ने कथा ही नहीं की जी, गुरु जी ने अवस्था भी बख्श दी जी। बहुत सारे ज्ञानी ध्यानी कथावाचक असीं कथा ते कर सकते हैं गुरु जी की कृपा नाल, हाँ जी, पर आनंद की चलो व्याख्या कर देंगे, आनंद बारे दस देंगे, शब्द की व्याख्या कर देंगे, पर शब्द की जिहड़ी विचली अवस्था वो गुरु जी ने बख्शिश करनी है जी। वो ज्ञानी नहीं बख्श सकता, गज के आखो वाहिगुरु। ज्ञानी नहीं जे दे सकता जी अवस्था, अवस्था गुरु जी ने देनी जी। बहुत सारे शब्द हुण वेखो, गुर का दर्शन देख देख जीवा, हाँ जी, ये शब्द है कथा ते कर दिती भी गुरु जी का दर्शन देख देख के जीवा, पर ना मेरा अपना सुभाव जी। हाँ जी, कोई ज्ञानी ये अवस्था नहीं दे सकता जी। अवस्था सतगुरु ही दे सकते, सिर ते हथ दे रख देन ते बंदा अवस्था दे दे जी, गुरु जी अवस्था दे देन। एक शब्द है गुरबाणी का, मिल मेरे प्रीतमा जियो तुद बिन खरी निमाणी, गज के आखो वाहिगुरु। मैं नैनी नींद ना आवे जियो भावै अन्न ना पानी। हुण इहदा अर्थ की है जी? मैं नैनी नींद ना आवे जियो, इहदा अर्थ है भी मैनू नींद नहीं आउंदी जी, मैनू अन्न पानी चंगा नहीं लगता। हुण असीं अर्थ ही कर सकते हैं ना जी, अवस्था नहीं दे सकते, अवस्था सतगुरु ने देनी है जी। गुरु जी कृपा कर देन ते अवस्था दे देन। सतगुरु जी ने ब्रह्म ज्ञान समझाया जी, निरा समझाया नहीं, ब्रह्म ज्ञान दे ही दिता जी। गुरमुखो बड़े बड़े महान ग्रंथ इस दुनिया च पए ने, सारे ग्रंथ महान ने, कुरान है, रामायण है, अंजील है, बड़े बड़े महान ग्रंथ ने। उन्हां विच बड़ियां बड़ियां वड्डियां अवस्थावां दा बयान कीता जी। दुनिया का कोई ग्रंथ अवस्था दस ते सकदा, दे नहीं जी सकदा जी। पर गुरु ग्रंथ साहब अगे जोड़िया करो हथ, अवस्था दसदे भी ने ते अवस्था दे भी देंदे ने जी। इन्हां दी बड़ी वडियाई च हथ जोड़ो, आखो धन गुरु ग्रंथ साहब जी महाराज। श्री गुरु ग्रंथ साहब जी महाराज। धन गुरु हरगोबिंद साहब जी ने जाति मलक जी नूं ब्रह्म ज्ञान दिता जी। आखिया जाति मलक सब तो पहला यह गल सोच ला भी शरीर ना सोना जी। अद्धा बंदा उरों ही सुधर जे जदों उहनूं अपनी मौत चेता आ जाए जी। अद्धा बंदा उरों सुधर जे जी जदों मौत चेता आ जाए भी चले जाना आपां जी। महाराज ने कहा शरीर ना सो जाना। फिर गुरु जी ने आख्या तू अपनियां अखां नूं, कन्नां नूं, नक नूं, इंद्रियां नूं, ये भी बंदा, ये आत्मा नहीं हैगी, एक साधन ने। इंद्रियां तो अगे मन है, मन तो अगे आत्मा है। आत्मा करके वाहिगुरु जी का नाम जपना। गुरु जी ने कहा अंदर वाहिगुरु जी का नाम वसे जी। गज के आखो वाहिगुरु वाहिगुरु। पर मैं कल भी बेनती की गुरमुखो, नाम अंदर वसन की गल एक बन्ने है, ईमानदारी दे नाल कोई सोच के वेखे नाम ते अजे बंदे दी जीभ ते नहीं वसिया चंगी तरह जी। हाँ जी, आपां विचार करिए कि अपनी जीभ ते नाम वस चुका जी। हाँ जी, जीभ ते बाणी वस चुकी है, जीभ ते वाहिगुरु जी का नाम वस चुका जी। नाम ते जीभ ते बंदे दी इच्छा अनुसार नहीं वस सकता, तो हिरदे च किवें वसेगा जी। हाँ जी, आपां चाहिए भी साडी जीभ ते हर वक्त नाम वस जे जी, पर वो नाम साडी इच्छा ना नहीं वस सकता जी। ते हिरदे च किवें वसेगा? ते महाराज ने कहा हिरदे करके नाम जपो। ये अवस्थावां बड़ियां वड्डियां। जाति मलक जी हथ जोड़ के कहन लगे सतगुरु हुण मेरे सिर ते भी हथ रख दिओ ते मैनू पता लग जे भी ब्रह्म ज्ञान की हुंदा जी। गुरु जी ने सिर ते हथ रख के कपाट खोल दिते जी। हाँ जी, ब्रह्म ज्ञानी बना दिता जाति मलक जी नूं। इथों तक कल आपां कथा सुनी। हुण बड़े सिखां दे प्रसंग आए जी, महाराज ने फलाणे दे कपाट खोल दिते जी, ओहदे कपाट खोल दिते जी। पर गुरमुखो कपाट खुलने की ने ये तो गुरु जी जानते जां ओह जानदा जिहदे कपाट खुल गए ने जी।
ਹਾਂਜੀ, ਹੋਰ ਨੂੰ ਕੀ ਪਤਾ ਵੀ ਕਪਾਟ ਖੁੱਲਣੇ ਕੀ ਹੁੰਦੇ ਜੀ। ਕੁਝ ਅਵਸਥਾਵਾਂ ਐਸੀਆਂ ਨੇ ਜਿਹਦਾ ਗਿਆਨੀ ਕਥਾ ਨਹੀਂ ਕਰ ਸਕਦਾ ਜੀ, ਆਮ ਬੰਦਾ ਦੂਜਾ ਨਹੀਂ ਦੱਸ ਸਕਦਾ। ਇਹ ਤੇ ਕਹੋ ਕਬੀਰ ਗੂੰਗੇ ਗੁੜ ਖਾਇਆ। ਹਾਂਜੀ, ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ, ਕੀ ਦੱਸ ਦੇਗਾ ਜੀ ਉਹ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਜਾਤੀ ਮਲਕ ਜੀ ਨੂੰ ਅੰਤਮ ਸਮੇਂ ਬ੍ਰਹਮ ਗਿਆਨ ਦੀ ਦਾਤ ਦਿੱਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਵਿੱਚ ਸਭ ਕੁਝ ਹੈ। ਪਹਿਲਾਂ ਜਾਤੀ ਮਲਕ ਜੀ ਨੇ ਵੇਖੋ ਜੰਗ ਯੁੱਧਾਂ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਵੀ ਨਿਭਾਈ, ਗੁਰੂ ਘਰ ਵਿੱਚ ਆਏ ਗਏ, ਬੜੀ ਸੇਵਾ ਕੀਤੀ। ਗੁਰੂ ਸਾਹਿਬ ਉੱਤੇ ਚੌਰ ਸਾਹਿਬ ਵੀ ਕਰਦੇ ਹੁੰਦੇ ਸੀਗੇ ਜੀ ਜਾਤੀ ਮਲਕ ਜੀ। ਗੁਰਬਾਣੀ ਦਾ ਕੀਰਤਨ ਵੀ ਸੁਣਦੇ ਸੀ, ਪਰ ਅਜੇ ਬ੍ਰਹਮ ਗਿਆਨੀ ਨਹੀਂ ਸੀ ਬਣੇ ਜੀ ਜਾਤੀ ਮਲਕ ਜੀ। ਤੇ ਇੱਕ ਗੱਲ ਆਪ ਜੀ ਪੱਕਾ ਰੱਖੋ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਕੋ ਆਪ ਕਰੇ। ਬ੍ਰਹਮ ਗਿਆਨੀ ਉਹ ਬਣਦਾ ਹੈ ਜਿਹਨੂੰ ਗੁਰੂ ਜੀ ਆਪ ਬਣਾ ਲੈਂਦੇ ਜੀ। ਆਪਣੀ ਮਿਹਨਤ ਨਾਲ ਤੇ ਸਿੱਖ ਨਹੀਂ ਬਣਿਆ ਜਾ ਸਕਦਾ, ਤੇ ਬ੍ਰਹਮ ਗਿਆਨੀ ਕਿੱਥੋਂ ਬਣਨਾ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਸੁਣੋ। ਭਾਈ ਜਾਤੀ ਮਲਕ ਜੀ ਸਰੀਰ ਛੱਡ ਰਹੇ, ਪ੍ਰਸੰਗ ਲਗਭਗ ਇਹੋ ਜਿਹੇ ਨੇ, ਸਰੀਰ ਛੱਡਣ ਦੇ ਪ੍ਰਸੰਗ ਚੱਲਣ ਦੇ ਨੇ। ਚਲੋ ਸੁਣਨਾ ਚਾਹੀਦਾ। ਸਾਨੂੰ ਕੀ ਪਤਾ ਹੈਗਾ ਜਾਤੀ ਮਲਕ ਜੀ ਕੌਣ ਤੇ ਬਾਬਕਰ ਬਾਬੀ ਕੌਣ ਹੈ ਜੀ। ਇਹ ਤੇ ਗ੍ਰੰਥ ਪੜ੍ਹ ਪਤਾ ਲੱਗਾ ਵੀ ਕੌਣ ਕੀ ਸੀ ਤੇ ਕਿੰਨੇ ਕਿਸ ਤਰ੍ਹਾਂ ਸਰੀਰ ਤਿਆਗੇ ਜੀ। ਸੁਣੋ ਕਥਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਨੇ। ਬੇਅੰਤ ਸਿੰਘ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨੇ। ਜਾਤੀ ਮਲਕ ਜੀ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਬ੍ਰਹਮ ਗਿਆਨੀ ਸਿਰ ਤੇ ਹੱਥ ਰੱਖ ਕੇ। ਇਹਦੇ ਤੋਂ ਅੱਗੇ ਪ੍ਰਸੰਗ ਸੁਣੋ। ਸੰਗਤਾਂ ਹੱਥ ਜੋੜੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਇਸ ਬਿਦ ਪ੍ਰਾਪਤ ਗਿਆਨ ਕੋ ਅੰਤ ਸਮਾ ਢਿਗ ਚੀਨ। ਇਸ ਤਰੀਕੇ ਨਾਲ ਜ਼ਿੰਦਗੀ ਦੇ ਅੰਤਮ ਸਮੇਂ ਵਿੱਚ ਜਾਤੀ ਮਲਕ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ ਜੀ। ਬ੍ਰਹਮ ਗਿਆਨੀ ਬਣੇ। ਗੁਰਮੁਖੋ ਸਾਰੇ ਸਮੇਂ ਨੀਅਤ ਨੇ, ਕਿਹੜੀ ਉਮਰ ਵਿੱਚ ਕਿਹਨੂੰ ਕਿਹੜੀ ਦਾਤ ਮਿਲਣੀ ਹੈ ਜੀ। ਨਾਮ ਜਪਣਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ। ਪਰ ਮੈਂ ਬਹੁਤ ਵਾਰ ਬੇਨਤੀ ਕਰਦਾ, ਸਿੱਖ ਅਵਸਥਾ ਵਾਲੇ ਪਾਸੇ ਨਾ ਦੌੜੇ ਵੀ ਇੰਨਾ ਚਿਰ ਹੋ ਗਿਆ ਨਾਮ ਜਪਦਿਆਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨਹੀਂ ਹੋਏ ਜੀ, ਅਜੇ ਤੱਕ ਮੇਰੀ ਸਮਾਧੀ ਨਹੀਂ ਲੱਗੀ। ਬੰਦਾ ਲੱਗਾ ਰਹੇ, ਅਵਸਥਾ ਗੁਰੂ ਜੀ ਨੇ ਦੇਣੀ ਹੈ ਜੀ। ਕਈ ਵਾਰੀ ਬੰਦਾ 40 ਕੁ ਦਿਨ ਲੱਗ ਜੇ, 2 ਕੁ ਮਹੀਨੇ ਲੱਗ ਜੇ, ਤੇ ਉਹ ਕਹਿ ਦਿੰਦਾ ਵੀ ਅਜੇ ਗਾਂ ਕੁਛ ਵਿਖਿਆ ਨਹੀਂ ਹੈਗਾ ਮੈਨੂੰ, ਹੈ ਅਜੇ ਆਪਣੀ ਗੱਲ ਨਹੀਂ ਬਣੀ ਜੀ। ਬੰਦਾ ਲੱਗਾ ਰਹੇ ਜੀ। ਹਾਂਜੀ, ਮੈਂ ਬਹੁਤ ਸਾਰਿਆਂ ਦਾ ਵੇਖਿਆ, ਜਦੋਂ 2 ਕੁ ਮਹੀਨੇ ਹੋ ਜਾਂਦੇ ਨਾ ਜੀ, ਉਹ ਪੁੱਛਦੇ ਵੀ ਹੁਣ 2 ਕੁ ਮਹੀਨੇ ਹੋ ਗਏ, ਹੁਣ ਗੱਲ ਤੇ ਬਣੀ ਕੋਈ ਨਹੀਂ ਆਪਣੀ ਜੀ। ਲੱਗੇ ਰਹਿਣਾ ਬੰਦੇ ਦਾ ਫਰਜ਼ ਹੈ ਜੀ। ਬਖਸ਼ਿਸ਼ ਕਰਨਾ ਮਹਾਰਾਜ ਜੀ ਦਾ ਆਪਣਾ ਮਿਹਰ ਹੈ ਜੀ, ਗੁਰੂ ਜੀ ਦੀ ਜੀ। ਜ਼ਿੰਦਗੀ ਦੇ ਅੰਤਮ ਸਮੇਂ ਜਾਤੀ ਮਲਕ ਜੀ ਲੱਗੇ ਰਹੇ ਜੀ ਲਗਾਤਾਰ ਜੀ। ਜ਼ਿੰਦਗੀ ਦੇ ਅੰਤਮ ਸਮੇਂ ਜਦੋਂ ਅੰਤ ਸਮਾਂ ਆਇਆ, ਮ੍ਰਿਤਿੂ ਵਾਲਾ ਦਿਨ ਆਇਆ, ਤੇ ਉਸ ਦਿਨ ਜਾਤੀ ਮਲਕ ਜੀ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਹਾਂਜੀ। ਗਮਣਿਓ ਸ੍ਰੀ ਗੁਰ ਕੇ ਨਿਕਟ, ਦਇਆ ਰਾਮ ਸੰਗ ਲੀਨ। ਤੇ ਆਪਣੇ ਪੁੱਤਰ ਨੂੰ ਬੁਲਾ ਲਿਆ, ਜਿਸ ਪੁੱਤਰ ਦਾ ਨਾਮ ਦਇਆ ਰਾਮ ਸੀ ਜੀ। ਆਪਣੇ ਪੁੱਤਰ ਦਇਆ ਰਾਮ ਜੀ ਨੂੰ ਬੁਲਾ ਲਿਆ। ਹਾਂਜੀ। ਚੌਥੀ। ਸ਼੍ਰੀ ਪ੍ਰਭ ਮੈਂ ਅਬ ਤਜੋ ਸਰੀਰ। ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਬਹੁਤ ਕੁਝ ਮਿਲਿਆ। ਸੱਚੇ ਪਾਤਸ਼ਾਹ ਅੱਜ ਮੈਂ ਆਪਣਾ ਸਰੀਰ ਛੱਡ ਦੇਣਾ, ਮੈਨੂੰ ਆਗਿਆ ਦਿਓ। ਹਾਂਜੀ। ਦਇਆ ਰਾਮ ਸੁਤ ਤੁਮਰੇ ਤੀਰ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲੋ, ਆਪ ਵੀ ਸਾਰੀ ਉਮਰ ਹੀ ਲੇਖੇ ਵਿੱਚ ਲਾ ਦਿੱਤੀ ਜੀ। ਹਾਂਜੀ। ਮੈਂ ਕਈ ਵਾਰੀ ਮਨ ਵਿੱਚ ਵਿਚਾਰ ਕਰਦਾ ਵੀ ਇਹ ਸਿੱਖ ਨਿਸ਼ਕਾਮ ਸਨ ਜੀ, ਸਾਰੇ ਜੀ ਨਿਸ਼ਕਾਮ ਸਨ। ਕੋਈ ਇਹ ਮਹਾਰਾਜ ਕੋ ਮਾਇਆ ਨਹੀਂ ਸੀ ਲੈਂਦੇ ਹੁੰਦੇ ਜੀ। ਨਿਸ਼ਕਾਮਤਾ ਹੀ ਨਾ ਸੇਵਾ ਕਰਨੀ, ਤੇ ਸਾਰੀ ਉਮਰ ਹੀ ਸੇਵਾ ਕੀਤੀ ਜੀ। ਅੱਜ ਅੰਤਮ ਸਮਾਂ ਆਇਆ,
ਆਪਣੇ ਪੁੱਤਰ ਭਾਈ ਦਇਆ ਰਾਮ ਜੀ ਨੂੰ ਵੀ ਨਾਲ ਲੈ ਲਿਆ ਜੀ। ਹਾਂਜੀ ਗਹਿ ਭੁਜ ਕੋ ਰਾਖੋ ਨਿਜ ਪਾਸ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸਾਹਮਣੇ ਪੁੱਤਰ ਬਿਠਾ ਦਿੱਤਾ। ਆਖਿਆ ਮਹਾਰਾਜ ਜਿਵੇਂ ਤੁਸੀਂ ਮੇਰੀ ਬਾਹ ਫੜੀ ਉਵੇਂ ਮੇਰੇ ਪੁੱਤ ਦੀ ਵੀ ਬਾਹ ਫੜੋ। ਮਹਾਰਾਜ ਸੱਚੇ ਪਾਤਸ਼ਾਹ ਇਹਦੀ ਵੀ ਬਾਹ ਫੜੋ। ਤੁਸੀਂ ਕਿੰਨੇ ਸਿੱਖਾਂ ਦਾ ਅੰਤਮ ਸਮਾਂ ਸੁਣਿਆ ਜੀ। ਬਾਬਾ ਬਿਧੀ ਚੰਦ ਜੀ ਦਾ ਸੁਣਿਆ, ਬਾਬਕਰ ਬਾਬੀ ਜੀ ਦਾ ਸੁਣਿਆ, ਹੁਣ ਜਾਤੀ ਮਲਕ ਜੀ ਦਾ ਸੁਣ ਰਹੇ ਹੋ। ਤਿੰਨਾਂ ਨੇ ਆਪਣੇ ਪੁੱਤਰਾਂ ਨੂੰ ਲਿਆ ਕੇ ਉਹਦੀ ਬਾਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ 'ਚ ਫੜਾ ਦਿੱਤੀ ਸੀਗੀ ਜੀ। ਕਿਉਂ ਜੀ? ਸਾਡੀ ਤੇ ਨਿਭ ਗਈ, ਸਾਡੇ ਬੱਚਿਆਂ ਦੀ ਵੀ ਗੁਰੂ ਘਰ ਨਾਲ ਨਿਭ ਜੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸਾਨੂੰ ਹੀ ਸਿੱਖਿਆ ਜੀ ਸਾਰੀ ਜੀ। ਹਾਂਜੀ ਜਿੰਦਿਆਂ ਜੀ ਆਪਾਂ ਆਪਣੇ ਬੱਚਿਆਂ ਦੀ ਬਾਹ ਗੁਰੂ ਨੂੰ ਫੜਾ ਦਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕਾਈਏ, ਆਪ ਵੀ ਛਕੀਏ, ਆਪਣੇ ਬੱਚਿਆਂ ਨੂੰ ਗੁਰੂ ਕੀ ਬਾਹ ਫੜਾਈਏ ਜੀ। ਗੁਰੂ ਕੀ ਬਾਹ ਜੀ। ਹਾਂਜੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਤੀ ਮਲਕ ਜੀ ਆਏ, ਆਪਣੇ ਪੁੱਤਰ ਦੀ ਬਾਹ ਫੜਾ ਦਿੱਤੀ। ਮਹਾਰਾਜ ਕਿਰਪਾ ਕਰੋ ਇਹਦੀ ਬਾਹ ਫੜ ਕੇ ਰੱਖੋ ਹੁਣ। ਹਾਂਜੀ ਅਲਪ ਬੈਸ ਇਸ ਕੀ ਸੁਖ ਰਾਸ। ਮਹਾਰਾਜ ਛੋਟੀ ਉਮਰ ਹੈ ਇਹਦੀ ਤੇ ਸੱਚੇ ਪਾਤਸ਼ਾਹ ਤੁਸੀਂ ਹੁਣ ਰੱਖਿਆ ਕਰਨੀ ਹੈ। ਹਾਂਜੀ ਇੱਕ ਅਲੰਬ ਰਾਵਰ ਕੋ ਅਹੈ। ਸੱਚੇ ਪਾਤਸ਼ਾਹ ਮੈਨੂੰ ਵੀ ਸਾਰੀ ਉਮਰ ਤੁਹਾਡਾ ਹੀ ਆਸਰਾ ਸੀ, ਮੇਰੇ ਪੁੱਤਰ ਨੂੰ ਵੀ ਸੱਚੇ ਪਾਤਸ਼ਾਹ ਤੁਹਾਡਾ ਹੀ ਆਸਰਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੰਦਾ ਬੜੇ ਆਸਰੇ ਲੱਭਦਾ ਜੀ। ਜਿੰਨਾ ਚਿਰ ਤੇ ਬੰਦੇ ਦੀ ਚੱਲਦੀ ਹੈ ਨਾ ਜੀ, ਬੰਦਾ 100 ਪਾਸੇ ਹੱਥ ਪੈਰ ਮਾਰਦਾ ਜੀ। ਜਾਤੀ ਮਲਕ ਜੀ ਕਹਿ ਰਹੇ ਮਹਾਰਾਜ ਮੈਨੂੰ ਵੀ ਤੁਹਾਡਾ ਆਸਰਾ ਤੇ ਮੇਰੇ ਪੁੱਤਰ ਨੂੰ ਵੀ ਤੁਹਾਡਾ ਆਸਰਾ, ਸਾਨੂੰ ਹੋਰ ਕਿਸੇ ਦਾ ਆਸਰਾ ਹੀ ਨਹੀਂ ਹੈਗਾ ਸੱਚੇ ਪਾਤਸ਼ਾਹ। ਹਾਂਜੀ ਨਹੀਂ ਅਪਰ ਕੋ ਜਾਚਨ ਲਹੈ। ਮਹਾਰਾਜ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਅਸੀਂ ਕਿਸੇ ਹੋਰ ਦੇ ਦਰਵਾਜ਼ੇ ਅੱਗੇ ਨਹੀਂ ਗਏ, ਜੋ ਮੰਗਿਆ ਤੁਹਾਡੇ ਕੋਲੋਂ ਹੀ ਮੰਗਿਆ। ਮਹਾਰਾਜ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਤੇ ਚਾਹੀਦੀਆਂ ਹੀ ਆ ਮਹਾਰਾਜ, ਅਸੀਂ ਜੋ ਮੰਗਿਆ ਤੁਹਾਡੇ ਕੋਲੋਂ ਮੰਗਿਆ। ਪੰਗਤੀ ਤੇ ਅਸੀਂ ਵੀ ਇਹ ਰੋਜ਼ ਹੀ ਬੋਲਦੇ ਹਾਂ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹੋ ਪੰਗਤੀ ਅਸੀਂ ਰੋਜ਼ ਹੀ ਬੋਲਦੇ ਨਿਤਨੇਮ ਦੇ ਵਿੱਚ ਜੀ, ਪਰ ਕਦੀ ਧਿਆਨ ਨਹੀਂ ਦਿੱਤਾ ਜੀ। ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਜੋ ਮੰਗਿਆ ਤੁਹਾਡੇ ਕੋਲੋਂ ਹੀ ਮੰਗਿਆ ਜੀ ਤੇ ਤੁਹਾਡੇ ਕੋਲੋਂ ਹੀ ਮੰਗਣਾ। ਹਾਂਜੀ ਸਤਿਗੁਰ ਕਹਿਓ ਹੋਏ ਬੜ ਭਾਗਾ। ਹਾਂਜੀ ਰਹੇ ਸਦਾ ਗੁਰ ਘਰ ਸੰਗ ਲਾਗਾ। ਹੁਣ ਗੁਰੂ ਜੀ ਦੀ ਦਿਆਲਤਾ ਵੇਖੋ। ਸੱਚੇ ਪਾਤਸ਼ਾਹ ਕਹਿਣ ਲੱਗੇ ਜਾਤੀ ਮਲਕ ਤੁਸੀਂ ਤੇ ਵੱਡੇ ਭਾਗਾਂ ਨਾਲ ਸੇਵਾ ਕੀਤੀ, ਤੁਹਾਡਾ ਪੁੱਤਰ ਹੋਰ ਵੱਡੇ ਭਾਗਾਂ ਵਾਲਾ ਹੋਏਗਾ। ਕਹਿਣ ਲੱਗੇ ਉਹਦੇ ਹੋਰ ਵੱਡੇ ਭਾਗ ਹੋਣਗੇ। ਕਹਿਣ ਲੱਗੇ ਹਾਂਜੀ ਦਸਮ ਗੁਰੂ ਹੋਵੇ ਜਿਸ ਕਾਲਾ। ਤੇ ਹੱਥ ਜੋੜੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਜ਼ਿੰਦਗੀ ਦਾ ਅੰਤਮ ਸਮਾਂ ਜੀ ਜਾਤੀ ਮਲਕ ਜੀ ਦੀ। ਹਾਂਜੀ ਕੁਝ ਸੱਚ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਅੰਤਮ ਸਮੇਂ ਹੀ ਦੱਸੇ ਜੀ, ਪਹਿਲਾਂ ਨਹੀਂ ਦੱਸੇ ਜੀ। ਮਹਾਰਾਜ ਕਹਿੰਦੇ ਜਾਤੀ ਮਲਕ ਤੁਹਾਨੂੰ ਸੱਚ ਦੱਸ ਦਿੰਦੇ ਆ, ਜਦੋਂ ਅਸੀਂ ਦੁਨੀਆ ਤੇ 10ਵੇਂ ਰੂਪ ਵਿੱਚ ਆਉਣਾ ਨਾ, ਕਹਿਣ ਲੱਗੇ 10ਵੇਂ ਪਾਤਸ਼ਾਹ ਜਦੋਂ ਬਣ ਕੇ ਆਉਣਾ। ਹਾਂਜੀ ਦੇਗ ਤੇਗ ਕੇ ਧਨੇ ਬਸਾਲਾ। ਹੁਣ ਤੇ ਆਪਾਂ 4 ਜੰਗਾਂ ਲੜੀਆਂ, ਉਦੋਂ 14 ਲੜਦੀਆਂ ਨੇ। ਕਹਿਣ ਲੱਗੇ ਬੜਾ ਵੱਡਾ ਦੇਗਾਂ ਵੀ ਚੱਲਣੀਆਂ ਤੇ ਤੇਗਾਂ ਵੀ ਉਦੋਂ ਚੱਲਣੀਆਂ। ਕਹਿਣ ਲੱਗੇ ਹਾਂਜੀ ਮਚਹਿ ਘੋਰ ਸੰਗਰ ਭਟ ਲਰੈ। ਹਾਂਜੀ ਤਾਬਹਿ ਸ਼ਸਤਰ ਜੁਧ ਮਹਿ ਕਰੈ। ਤੇ ਮਹਾਰਾਜ ਕਹਿਣ ਲੱਗੇ ਅਸੀਂ 10ਵੇਂ ਜਾਮੇ ਦੇ ਵਿੱਚ ਬੜੇ ਦੁਸ਼ਟਾਂ ਦਾ ਨਾਸ਼ ਕਰਨਾ, ਹੋਰ ਦੁਸ਼ਟਾਂ ਦਾ ਨਾਸ਼ ਕਰਨਾ ਜੇ। ਹਾਂਜੀ ਤਿਨ ਕੈ ਸੰਗ ਸਦਾ ਸੁਖ ਪਾਵੇ। ਤੇ ਜਾਤੀ ਮਲਕ ਜਿਵੇਂ ਤੁਸੀਂ ਜੰਗਾਂ ਯੁੱਧਾਂ ਵਿੱਚ ਸਾਡੇ ਨਾਲ ਰਹਿ ਕੇ ਸੇਵਾ ਕੀਤੀ ਹੈ, ਹੋਰ ਗੁਰੂ ਘਰ ਵਿੱਚ ਬੜੀ ਸੇਵਾ ਕੀਤੀ ਹੈ, ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਤੁਹਾਡਾ ਪੁੱਤਰ ਵੀ ਸਾਡੇ ਨਾਲ ਉਵੇਂ ਹੀ ਸੇਵਾ ਕਰੇਗਾ। ਕਹਿਣ ਲੱਗੇ ਉਹ ਵੀ ਸਾਡੇ ਨਾਲ ਹੀ ਰਹੇਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੇਖ ਲਓ ਬੰਦਾ ਤਨੋ ਮਨੋ ਹੋ ਕੇ ਗੁਰਮੁਖੋ ਗੁਰੂ ਜੀ ਨਾਲ ਜੁੜੇ, ਘਰ ਪਰਿਵਾਰ ਦੀ ਚਿੰਤਾ ਨਾ ਕਰੋ। ਜਿਸ ਪਰਿਵਾਰ ਵਿੱਚ ਗੁਰੂ ਕੀ ਸਿੱਖੀ ਹੈ, ਜਿਸ ਪਰਿਵਾਰ ਵਿੱਚ ਗੁਰੂ ਨੇ ਬਾਹ ਫੜ ਲਈ ਪਰਿਵਾਰ ਦੇ ਜੀਆਂ ਦੀ, ਉੱਥੇ ਕੱਖ ਨਹੀਂ ਹੋਏਗਾ ਜੀ ਮਾੜਾ ਜੀ। ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਨਾ, ਤੁਹਾਡਾ ਪੁੱਤਰ
ਉਰੋਂ ਸਾਡੇ ਨਾਲ ਰਹਿ ਕੇ ਸੇਵਾ ਕਰੇਗਾ। ਹਾਂਜੀ, ਜਸ ਬਿਦਤ ਹੈ ਜਗ ਮੈਂ ਨਰ ਗਾਵੇ। ਤੇ ਤੁਹਾਡੇ ਪੁੱਤਰ ਦਾ ਜਸ ਤੁਹਾਡੇ ਨਾਲੋਂ ਵੀ ਵੱਧ ਹੋਏਗਾ। ਕਹਿਣ ਲੱਗੇ ਲੋਕ ਜਾਣਨਗੇ ਤੁਹਾਡੇ ਪੁੱਤਰ ਨੂੰ। ਹਾਂਜੀ, ਜਾਤੀ ਮਲਕ ਸੁਣਤ ਹਰ ਖਾਇਓ। ਜਾਤੀ ਮਲਕ ਜੀ ਸੁਣ ਕੇ ਬੜਾ ਖੁਸ਼ ਹੋਏ। ਮਹਾਰਾਜ ਹੁਣ ਤਸੱਲੀ ਹੋ ਗਈ, ਜਿਸ ਤਰ੍ਹਾਂ ਮੈਨੂੰ ਤੁਸੀਂ ਸੇਵਾ ਵਿੱਚ ਲਾਇਆ, ਮੇਰੇ ਪੁੱਤਰ ਨੂੰ ਵੀ ਸੇਵਾ ਵਿੱਚ ਲਾ ਕੇ ਰੱਖੋਗੇ। ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਮੋਹ ਮਤ ਸਮਝਣਾ ਜੀ, ਵੀ ਇਹ ਮੋਹ ਹੈਗਾ ਜੀ। ਪਰ ਗੁਰਮੁਖੋ, ਮੋਹ ਤੋਂ ਉੱਪਰ ਉੱਠ ਕੇ ਵੇਖੋ, ਪਰਿਵਾਰ ਵਿੱਚ ਸਿੱਖੀ ਹੋਣਾ ਸਭ ਤੋਂ ਜ਼ਰੂਰੀ ਹੈ ਜੀ। ਇਹਦੇ ਤੋਂ ਉੱਤੇ ਗੱਲ ਕੋਈ ਨਹੀਂ ਹੈਗੀ। ਜਾਤੀ ਮਲਕ ਜੀ ਗੁਰੂ ਕੋਲੋਂ ਗੁਰੂ ਜੀ ਦੀ ਸਿੱਖੀ ਦਾ ਹੀ ਦਾਤ ਲੈ ਰਹੇ ਨੇ। ਹਾਂਜੀ, ਕਰ ਸਦਨ ਕੋ ਬਦਨ ਸਧਾਇਓ। ਹਾਂਜੀ, ਕਰ ਇਸ਼ਨਾਨ ਪਾਵਨ ਹੋਏ ਗਏ। ਹੁਣ ਸਰੀਰ ਛੱਡਣ ਦਾ ਤਰੀਕਾ ਵੇਖੋ। ਸਰੀਰ ਛੱਡਣ ਦਾ, ਘਰ ਗਏ ਜੀ, ਮਹਾਰਾਜ ਕੋਲੋਂ ਬਚਨ ਸੁਣ ਲਏ ਜੀ, ਘਰ ਗਏ ਤੇ ਆਪ ਪਹਿਲਾਂ ਆਪੇ ਇਸ਼ਨਾਨ ਕੀਤਾ ਜੀ। ਹਾਂਜੀ, ਕੁਛ ਪਰ ਪੌਂਡ ਪ੍ਰਾਣ ਤਜ ਦਇਓ। ਤੇ ਗੁਰਮੁਖੋ ਚਾਦਰ ਵਿਛਾਲੀ, ਚਾਦਰ ਵਿਛਾ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ। ਵਾਹਿਗੁਰੂ ਵਾਹਿਗੁਰੂ ਜਪਦਿਆਂ ਲੇਟ ਗਏ ਜੀ। ਚਿੱਟੀ ਚਾਦਰ ਲੈ ਲਈ ਤੇ ਆਪਣਾ ਸਰੀਰ ਛੱਡ ਦਿੱਤਾ ਜੀ। ਬੜਾ ਸੌਖਾ ਹੀ ਸਰੀਰ ਛੱਡ ਦਿੱਤਾ ਜੀ। ਹਾਂਜੀ, ਭਾਈ ਜਾਤੀ ਮਲਕ ਦੀ ਵੀ ਜੋਤ ਗੁਰੂ ਜੀ ਦੀ ਜੋਤ ਵਿੱਚ ਰਲ ਗਈ ਜੀ। ਆਖੋ ਸਾਰੇ, ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਭਾਈ ਜਾਤੀ ਮਲਕ ਜੀ ਨੇ ਵੀ ਸੇਵਾ ਕਰ ਕਰਕੇ ਉਹਨਾਂ ਦੀ ਜੋਤ ਗੁਰੂ ਦੀ ਜੋਤ ਵਿੱਚ ਰਲ ਗਈ ਜੀ। ਹਾਂਜੀ, ਸੁਣ ਸਤਿਗੁਰ ਬਹੁ ਮਨੋਜ ਪਠਾਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਜਾਤੀ ਮਲਕ ਜੀ ਦੇ ਪੁੱਤਰ ਨੇ ਦੱਸਿਆ, ਸਤਿਗੁਰੂ ਮਹਾਰਾਜ ਮੇਰੇ ਪਿਤਾ ਜੀ ਸਰੀਰ ਤਿਆਗ ਗਏ ਨੇ। ਹਾਂਜੀ, ਅਜੇ ਉਮਰ ਛੋਟੀ ਹੀ, ਇਹਨਾਂ ਵੀ ਨਹੀਂ ਪਤਾ ਵੀ ਪਿਤਾ ਦਾ ਸਰੀਰ ਤਿਆਗਣਾ ਕੀ ਹੁੰਦਾ ਜੀ। ਇਹਨਾਂ ਵੀ ਨਹੀਂ ਪਤਾ ਜੀ। ਉਦੋਂ ਜਦੋਂ ਮਹਾਰਾਜ ਨੇ ਬਚਨ ਸੁਣਿਆ, ਮਹਾਰਾਜ ਨੇ ਉਸੇ ਵੇਲੇ ਗੁਰੂ ਕੇ ਸਿੱਖ ਭੇਜੇ ਜੀ ਨਾਲ। ਹਾਂਜੀ, ਦਾਹਣ ਕੋ ਚੰਦਨ ਸਮੁਦਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕੀਰਤਪੁਰ ਵਿੱਚੋਂ ਵਧੀਆ ਥਾਂ ਵੇਖੋ ਜਿੱਥੇ ਚੰਦਨ ਦੀਆਂ ਲੱਕੜਾਂ ਹੋਣ। ਕਹਿਣ ਲੱਗੇ ਸਾਡੇ ਸਿੱਖ ਦਾ ਚੰਦਨ ਦੀਆਂ ਲੱਕੜਾਂ ਦੇ ਨਾਲ ਸੰਸਕਾਰ ਹੋਵੇ। ਹਾਂਜੀ, ਜਿਹਦੀ ਜਿੰਨੀ ਵੇਖੋ ਮਹਾਨ ਪਦਵੀ ਹੈ, ਉਹਦਾ ਸਤਿਕਾਰ ਵੀ ਉਹਨਾਂ। ਮਹਾਰਾਜ ਨੇ ਚੰਦਨ ਦੀਆਂ ਲੱਕੜਾਂ ਮੰਗਵਾਈਆਂ ਤੇ ਉਹਨਾਂ ਨਾਲ ਸੰਸਕਾਰ ਕੀਤਾ ਜੀ। ਹਾਂਜੀ, ਗੁਰਪੁਰ ਕੋ ਪਹੁੰਚਿਓ ਸੁਖ ਪਾਏ। ਉਧਰ ਭਾਈ ਸਾਹਿਬ ਤੇ ਗੁਰੂ ਦੀ ਪੁਰੀ ਵਿੱਚ ਪਹੁੰਚ ਗਏ ਜੀ। ਹਾਂਜੀ, ਗੁਰ ਕੀ ਮਹਿਮਾ ਅਲਖ ਲਖਾਏ। ਤੇ ਗੁਰੂ ਦੀ ਮਹਿਮਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਲੱਖ ਹੈ ਜੀ। ਜਿਹੜਾ ਜਿਹੜਾ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਿਆ ਉਹ ਤਰ ਗਿਆ ਜੀ। ਤੇ ਸੰਗਤ ਜੀ ਇਧਰੋਂ ਫਿਰ ਭਾਈ ਦਇਆ ਰਾਮ ਜੀ ਦੇ ਸੀਸ ਉੱਤੇ ਗੁਰੂ ਜੀ ਨੇ ਦਸਤਾਰ ਬਣਵਾਈ ਜੀ, ਵੀ ਲਓ ਹੁਣ ਤੁਸੀਂ ਆਪਣੇ ਬਾਪ ਦੀ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਆਉਣਾ। ਨਾਲੇ ਸਿੱਖਿਆ ਦਿੱਤੀ, ਪੁੱਤਰ ਜਦੋਂ ਅਸੀਂ 10ਵੇਂ ਜਾਮੇ ਵਿੱਚ ਆਉਣਾ ਤੁਸੀਂ ਸਾਡੇ ਨਾਲ ਬੜੇ ਜੰਗ ਕਰਨੇ ਨੇ ਜੀ। ਮਹਾਰਾਜ ਨੂੰ ਪਹਿਲਾਂ ਪਤਾ ਹੁੰਦਾ ਸਾਰੀਆਂ ਗੱਲਾਂ ਦਾ ਜੀ। ਹਾਂਜੀ, ਗੁਰਤਾ ਗਾਦੀ ਸ਼੍ਰੀ ਹਰਿ ਰਾਏ। ਇਧਰੋਂ ਜਾਤੀ ਮਲਕ ਜੀ ਨੇ ਸਰੀਰ ਤਿਆਗ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਫੁਰਨਾ ਬਣਾ ਲਿਆ ਵੀ ਹੁਣ ਆਪਾਂ ਵੀ ਸਰੀਰ ਛੱਡ ਹੀ ਦਈਏ ਜੀ। ਹੁਣ ਨਹੀਂ ਸਰੀਰ ਰੱਖਣਾ। ਬੜੇ ਬੜੇ ਪਿਆਰੇ ਸਿੱਖ ਸਰੀਰ ਤਿਆਗ ਗਏ ਨੇ, ਹੁਣ ਅਸੀਂ ਵੀ ਸਰੀਰ ਛੱਡ ਦਈਏ ਜੀ। ਹਾਂਜੀ, ਚਾਹੇ ਕਿਤਕ ਦਿਨ ਆਗੇ ਪਾਏ। ਮਹਾਰਾਜ ਸੱਚੇ ਪਾਤਸ਼ਾਹ ਸਰੀਰ ਤੇ ਛੱਡਣਾ ਚਾਹੁੰਦੇ, ਪਰ ਕੁਝ ਦਿਨ ਹੋਰ ਵਧਾ ਲਏ ਗੁਰੂ ਜੀ ਨੇ ਜੀ। ਪਤਾ ਕਿਉਂ ਜੀ? ਕਿਉਂਕਿ ਬੜੇ ਜੁਗਤ ਮਰਜ਼ਾਦਾ ਦੇ ਨਾਲ ਗੁਰਤਾ ਗੱਦੀ ਗੁਰੂ ਹਰਿ ਸਾਹਿਬ ਨੂੰ ਦੇਣੀ ਹੈ ਜੀ। ਮਹਾਰਾਜ ਨੇ, ਕਿਉਂ ਗੁਰੂ ਜੀ ਦੇ ਆਪਣੇ ਹੱਥ ਵਿੱਚ ਇਹ ਗੱਲਾਂ ਹੈਗੀਆਂ ਜੀ। ਮਹਾਰਾਜ ਨੇ ਕੁਝ ਦਿਨ ਹੋਰ ਵਧਾ ਲਏ ਜੀ। ਹਾਂਜੀ, ਜਿਸ ਤੇ ਕੋ ਨਹ ਕਰੇ ਬਖੇਰਾ। ਤਾਂ ਮਹਾਰਾਜ ਕਹਿੰਦੇ ਆਪਣੇ ਹੱਥੀਂ ਗੁਰਤਾ ਗੱਦੀ ਦੇ ਕੇ ਜਾਈਏ, ਜਿਸ ਕਰਕੇ ਪਿੱਛੋਂ ਕੋਈ ਬਖੇੜਾ ਨਾ ਪੈਦਾ ਹੋ ਜੇ ਜੀ। ਹਾਂਜੀ, ਅਲਪ ਬੈਸ ਪੁੱਤਰਾ ਨਿਜ ਹੇਰਾ। ਹਰਿ ਸਾਹਿਬ ਜੀ ਦੀ ਉਮਰ ਅਜੇ ਛੋਟੀ ਸੀਗੀ ਜੀ। ਹਾਂਜੀ, ਛੋਟੀ ਉਮਰ ਹੈ।
ਇਹ ਨਾ ਹੋਵੇ ਪਿੱਛੋਂ ਕੋਈ ਬਖੇੜਾ ਕਰੇ, ਝਗੜਾ ਕਰੇ। ਗੁਰੂ ਤੇ ਉਹੋ ਹੀ ਨੇ, ਗੁਰਤਾ ਗੱਦੀ ਤੇ ਬੈਠਣਗੇ, ਪਰ ਇਹ ਨਾ ਹੋਵੇ ਕੋਈ ਉਹਨਾਂ ਨਾਲ ਝਗੜਾ ਕਰੇ। ਹਾਂਜੀ। ਇੱਕ ਤਾਂ ਧੀਰ ਮਾਲ ਬਲ, ਇੱਕ ਤਾਂ ਧੀਰ ਮਲ ਵੱਡ ਖੋਟਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੀ ਸੋਚ ਲੈ ਕੇ ਗੁਰੂ ਘਰ ਵਿੱਚ ਆਇਆ ਜੀ। ਧੀਰ ਮਲ ਦੀ ਸੋਚ ਹੀ ਇਹ ਹੈਗੀ ਵੀ ਮੈਂ ਸ਼ੁਰੂ ਤੋਂ ਸੋਚ ਸੀ ਮੈਂ ਗੁਰੂ ਬਣਨਾ ਜੀ। ਹਾਂਜੀ, ਇਹ ਸੋਚ ਬੜੀ ਗਲਤ ਹੈਗੀ ਜੀ। ਸ਼ੁਰੂ ਤੋਂ ਸੋਚ ਸੀ ਮੈਂ ਗੁਰੂ ਬਣ ਜਾ। ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਦੇ ਵੀ ਜੇ ਆਪਾਂ ਗੁਰਤਾ ਗੱਦੀ ਆਪ ਨਾ ਦੇ ਕੇ ਜਾਈਏ, ਧੀਰ ਮਲ ਬੜਾ ਖੋਟਾ ਹੈਗਾ ਤੇ ਉਹਨੇ ਧੱਕੇ ਨਾਲ ਆਪ ਹੀ ਗੁਰੂ ਬਣ ਬੈਠਣਾ ਜੀ। ਹਾਂਜੀ। ਨਹਿ ਤ੍ਰਿਸਕਾਰੇ ਲੱਖ ਕਰ ਛੋਟਾ। ਨਹਿ ਤ੍ਰਿਸਕਾਰ ਹੈ ਲੱਖ ਕਰ ਛੋਟਾ। ਇਹ ਨਾ ਹੋਵੇ ਕਿਤੇ ਛੋਟੇ ਸਮਝ ਕੇ ਉਹਨਾਂ ਨੂੰ ਡਰਾਉਂਦਾ ਰਹੇ। ਅਜੇ ਉਹ ਸਮਰੱਥ ਤੇ ਹੋਣਾ ਉਹਨਾਂ, ਪਰ ਲੋਕਾਂ ਦਾ ਪਤਾ ਕੋਈ ਨਹੀਂ ਹੁੰਦਾ ਜੀ। ਲੋਕੀ ਗੱਲਾਂ ਵਿੱਚ ਆ ਜਾਂਦੇ ਛੇਤੀ। ਹਾਂਜੀ। ਜਿਮ ਦਾਤੂ ਸਤ ਲਿਖ ਪਖ ਧਰੇ। ਕਿਵੇਂ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਦਾਤੂ ਜੀ ਦਾ ਪੁੱਤਰ ਜੀ, ਗੁਰੂ ਅੰਗਦ ਸਾਹਿਬ ਜੀ ਦਾ ਪੋਤਰਾ, ਧੀਰ ਮਲ ਦੀਆਂ ਗੱਲਾਂ ਵਿੱਚ ਆ ਕੇ ਤੇ ਗੁਰੂ ਸਾਹਿਬ ਕੋਲ ਨਹੀਂ ਸੀ ਪਹੁੰਚਿਆ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਉਹ ਧੀਰ ਮਲ ਦੀਆਂ ਗੱਲਾਂ ਵਿੱਚ ਆ ਗਏ ਨੇ, ਇਹ ਨਾ ਹੋਵੇ ਹੋਰ ਦੁਨੀਆ ਵੀ ਧੀਰ ਮਲ ਦੀਆਂ ਗੱਲਾਂ ਵਿੱਚ ਆ ਜੇ। ਹਾਂਜੀ। ਤਥਾ ਮਸੰਦ ਨਾ ਲਹਿ ਬਿਗਾਰੇ। ਇਹ ਨਾ ਹੋਵੇ ਉਹ ਆਪਣੀਆਂ ਗੱਲਾਂ ਦੇ ਨਾਲ ਮਸੰਦਾਂ ਨੂੰ ਆਪਣੇ ਵੱਲ ਕਰ ਲੇ। ਗੱਜ ਕੇ ਆਖੋ ਵਾਹਿਗੁਰੂ। ਕਈਆਂ ਬੰਦਿਆਂ ਨੂੰ ਨਾ ਜੀ ਗੱਲ ਕਰਨ ਦਾ ਤਰੀਕਾ ਹੀ ਐਸਾ ਹੁੰਦਾ ਜੀ, ਆਪਣੀਆਂ ਗੱਲਾਂ ਨਾਲ ਬੜੇ ਬੜੇ ਟੋਲੇ ਬੰਨ ਲੈਂਦੇ ਜੀ ਉਹ ਆਪਣੇ ਨਾਲ ਜੀ। ਬੜੇ ਮਨੁੱਖ ਆਪਣੇ ਪਿੱਛੇ ਲਾ ਲੈਂਦੇ। ਧੀਰ ਮਲ ਨੂੰ ਗੱਲਾਂ ਬੜੀਆਂ ਕਰਨੀਆਂ ਆਉਂਦੀਆਂ ਸਨ। ਸੱਚੇ ਪਾਤਸ਼ਾਹ ਵਿਚਾਰ ਕਰਦੇ ਇਹ ਨਾ ਹੋਵੇ ਕਿਤੇ ਧੀਰ ਮਲ ਆਪਣੇ ਨਾਲ ਮਸੰਦ ਜੋੜ ਲੈਣ ਲਵੇ ਬਹੁਤ ਜ਼ਿਆਦਾ ਤੇ ਆਪੇ ਹੀ ਗੁਰੂ ਬਣ ਕੇ ਬਹਿ ਜੇ। ਹਾਂਜੀ। ਸਿੱਖ ਸੰਗਤ ਸਭ ਦੇਸ਼ ਬੁਲਾਏ। ਹਾਂਜੀ। ਸਭ ਹਨ ਮੈਂ ਬਿਠਾਏ ਹਰ ਤੇ ਰਾਏ। ਸੱਚੇ ਪਾਤਸ਼ਾਹ ਮਹਾਰਾਜ ਹੁਣ ਵਿਚਾਰ ਕਰਦੇ, ਵੇਖੋ ਸਰੀਰ ਤਿਆਗਣਾ 50 ਕੁ ਸਾਲਾਂ ਤੋਂ ਵੱਧ ਦੀ ਉਮਰ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਕਹਿੰਦੇ ਆਪ ਸਾਰੀ ਸੰਗਤ ਨੂੰ ਬੁਲਾਈਏ, ਮਸੰਦ ਬੁਲਵਾਈਏ ਸਾਰੇ। ਹਾਂਜੀ। ਗੁਰਤਾ ਗਾਦੀ ਦੇਣੀ ਕਰੈ। ਸਾਰੀ ਸੰਗਤ ਵਿੱਚ ਆਪ ਬਿਠਾ ਕੇ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਠਾ ਦਈਏ ਜੀ, ਤਾਂ ਕਿ ਪਿੱਛੋਂ ਕੋਈ ਗੱਲਬਾਤ ਨਾ ਕਰੇ ਸਾਡੇ ਪਿੱਛੋਂ। ਹਾਂਜੀ। ਜਿਮ ਵਿਚਾਰ ਸ੍ਰੀ ਸਤਿਗੁਰ ਧਰੈ। ਇਸ ਤਰੀਕੇ ਦੀ ਵਿਚਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿਰਦੇ ਵਿੱਚ ਧਾਰਨ ਕਰ ਲਈ ਜੀ। ਸਾਰੀ ਸੰਗਤ ਨੂੰ ਹੁਣ ਬੁਲਾਉਣਾ ਸ਼ੁਰੂ ਕਰ ਲਿਆ ਗੁਰੂ ਜੀ ਨੇ। ਹਾਂਜੀ। ਦਿਓ ਹੁਕਮ ਜੈ ਨਿਕਟ ਲਿਖਾਰੀ। ਲਖਾਰੀ ਗੁਰੂ ਜੀ ਨੇ ਬੁਲਾਏ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਲਿਖਾਰੀ ਸਨ ਨਾ ਜੀ, ਉਹਨਾਂ ਨੂੰ ਗੁਰੂ ਜੀ ਨੇ ਬਿਠਾਇਆ, ਬੁਲਾਇਆ ਕੋਲ। ਬੜੇ ਲਿਖਾਰੀ ਹੁੰਦੇ ਸੀ ਮਹਾਰਾਜ ਦੇ ਕੋਲ ਜੀ। ਕਈ ਲਿਖਾਰੀ ਮਹਾਰਾਜ ਦੇ ਕੋਲ ਆਏ। ਲਿਖਾਰੀਆਂ ਨੂੰ ਕਹਿੰਦੇ ਭਾਈ ਹੁਕਮਨਾਮੇ ਲਿਖੋ। ਹਾਂਜੀ। ਹੈ ਮਸੰਦ ਗਨ ਦੇਸ਼ ਮਝਾਰੀ। ਜਿੰਨੇ ਦੂਰ ਦੂਰ ਮਸੰਦ ਨੇ ਸਾਰਿਆਂ ਨੂੰ ਹੁਕਮਨਾਮੇ ਲਿਖੋ। ਹਾਂਜੀ। ਲਿਖੋ ਹੁਕਮਨਾਮੇ ਸਭ ਆਵੈ। ਹੁਕਮਨਾਮੇ 'ਚ ਕੀ ਲਿਖਣਾ? ਸਾਰੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮੰਨਣ ਵਾਲੀਆਂ ਕੀਰਤਪੁਰ ਸਾਹਿਬ ਪਹੁੰਚ ਜਾਓ ਜੀ। ਇਹ ਲਿਖ ਦੋ। ਇਹ ਨਹੀਂ ਮਹਾਰਾਜ ਨੇ ਲਿਖਾਇਆ ਵੀ ਆਪਾਂ ਸਰੀਰ ਛੱਡ ਦੇਣਾ ਤੇ ਗੁਰਤਾ ਗੱਦੀ ਗੁਰੂ ਹਰਿ ਸਾਹਿਬ ਨੂੰ ਦੇਣੀ ਹੈ। ਇਹ ਨਹੀਂ ਲਿਖਾਇਆ ਜੀ। ਬਸ ਇੰਨਾ ਲਿਖਾਇਆ ਜਿਹੜਾ ਜਿਹੜਾ ਸਿੱਖ ਹੁਕਮਨਾਮਾ ਪੜ ਰਿਹਾ ਉਹ ਕੀਰਤਪੁਰ ਸਾਹਿਬ ਵਿੱਚ ਆ ਜੇ ਜੀ। ਹਾਂਜੀ। ਸੰਗ ਸੰਗਤਾਂ ਆਪਣੇ ਲਿਆਵੇ। ਕੱਲਾ ਨਾ ਆਵੇ, ਨਾਲ ਹੋਰ ਸੰਗਤਾਂ ਨੂੰ ਪ੍ਰੇਰਿਤ ਕਰਕੇ ਨਾਲ ਲੈ ਕੇ ਆਵੇ ਗੁਰੂ ਘਰ ਵਿੱਚ। ਹਾਂਜੀ। ਸੁਣ ਆਗਿਆ ਕਹੋ ਦੇਸ਼ ਵਿਦੇਸ਼। ਹਾਂਜੀ। ਲਿਖ ਲਿਖ ਭੇਜੇ ਚਾਰ ਅਸ਼ੇਸ਼। ਲਖਾਰੀਆਂ ਨੇ ਉਸੇ ਵੇਲੇ ਹੁਕਮਨਾਮੇ ਲਿਖੇ। ਹੁਕਮਨਾਮੇ ਲਿਖੇ ਗਏ। ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਜੀ ਨੇ ਹੁਕਮਨਾਮੇ ਪਹੁੰਚਾ ਦਿੱਤੇ ਜੀ। ਭਾਈ ਸੰਗਤਾਂ ਇਸ ਤਰੀਕ ਨੂੰ ਵੱਡੀ ਗਿਣਤੀ ਵਿੱਚ ਆਓ। ਹਾਂਜੀ। ਉਤੇ ਦੂਰ ਸੇ ਪ੍ਰਥਮ ਬੁਲਾਏ। ਹਾਂਜੀ। ਤਨੇ ਮਸੰਦ ਬਿਲੰਦ ਸੁਭਾਏ। ਜਿਹੜੇ ਬਹੁਤੀ ਦੂਰ ਰਹਿੰਦੇ ਸੀ ਉਧਰ ਪਹਿਲਾਂ ਸੁਨੇ ਘੱਲ ਦਿੱਤੇ। ਕੋਈ ਇਹ ਨਾ ਆਖੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਨਾਲੇ ਜਿਹੜੇ ਮਹਾਂਪੁਰਸ਼ ਹੁੰਦੇ ਨਾ ਜੀ, ਫਿਰ ਉਹ ਦੱਸ ਕੇ ਜਾਂਦੇ ਜੀ। ਦੱਸ ਕੇ ਜੀ ਭਾਈ ਫਲਾਣੀ ਤਰੀਕ ਨੂੰ ਆਪਾਂ ਚਲੇ ਜਾਣਾ। ਫਿਰ ਨਾ ਆਖਿਓ ਕੋਈ ਸ਼ੰਕਾ ਮਨ ਵਿੱਚ ਰਹਿ ਗਿਆ, ਜਿਹਨੇ ਕੋਈ ਸਵਾਲ ਪੁੱਛਣਾ ਪਹਿਲਾਂ ਹੀ ਪੁੱਛ ਲਓ ਜੀ। ਸ਼ੰਕਿਆਂ ਦੀ ਕਸਰ ਨਹੀਂ ਉਹ ਰਹਿਣ ਦਿੰਦੇ।
ਸੱਚੇ ਪਾਤਸ਼ਾਹ ਨੇ ਹੁਕਮਨਾਮੇ ਲਿਖਾਏ, ਜਿਹੜੇ ਬਹੁਤੇ ਦੂਰ ਸਨ ਉਧਰ ਪਹਿਲਾਂ ਹੁਕਮਨਾਮੇ ਕਲਾ ਦਿੱਤੇ ਜੀ। ਹਾਂਜੀ ਜਾਏ ਹੁਕਮਨਾਮੇ ਜਬ ਦਏ, ਹਾਂਜੀ ਪਾਠ ਮਸੰਦ ਸਭ ਤਿਆਰੀ ਕਏ। ਜਿਹੜਾ ਮਸੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਪੜ੍ਹਦਾ ਸੀ ਉਸੇ ਵੇਲੇ ਤਿਆਰ ਹੋ ਜਾਂਦਾ ਸੀ। ਨਾਲ ਸੰਗਤਾਂ ਨੂੰ ਕਹਿ ਦਿੰਦੇ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋ ਕੇ ਕੀਰਤਪੁਰ ਸਾਹਿਬ ਆਉਣ ਲੱਗ ਪਈਆਂ ਜੀ। ਹਾਂਜੀ ਲੈ ਕਰ ਸੰਗ ਸੰਗਤਾਂ ਬਿਰੰਦ, ਅਰਲੇ ਗੁਰ ਕੀ ਕਾਰ ਬਿਲੰਦ। ਤੇ ਬਹੁਤ ਕੁਝ ਗੁਰਮੁਖੋ ਨਾਲ ਲੈ ਕੇ ਆਉਣ ਲੱਗ ਪਈ ਸੰਗਤ। ਮਾਇਆ, ਘੋੜੇ, ਵਸਤਰ, ਕਈ ਕੁਛ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਲੈ ਕੇ ਆ ਰਹੀਆਂ। ਪਰ ਇਹ ਨਹੀਂ ਪਤਾ ਜਿਸ ਗੁਰੂ ਜੀ ਵਾਸਤੇ ਵਸਤੂਆਂ ਲੈ ਕੇ ਜਾ ਰਹੇ ਹੋ ਗੁਰੂ ਜੀ ਨੇ ਹੋਰ ਥੋੜੇ ਦਿਨਾਂ ਨੂੰ ਸਰੀਰ ਛੱਡ ਦੇਣਾ ਜੀ। ਇਹ ਨਹੀਂ ਪਤਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਸੰਗਤਾਂ ਨੂੰ ਪਤਾ ਹੁੰਦਾ ਤੇ ਬੜੇ ਬੈਰਾਗ ਨਾਲ ਸੰਗਤ ਨੇ ਆਉਣਾ ਹੈਗਾ ਜੀ। ਸੰਗਤ ਤੇ ਬੜੀ ਖੁਸ਼ੀ ਵਿੱਚ ਆ ਰਹੀ ਹੈ ਵੀ ਸੱਚੇ ਪਾਤਸ਼ਾਹ ਨੇ ਸੱਦਿਆ ਤੇ ਆਪਾਂ ਮਹਾਰਾਜ ਦੇ ਦਰਸ਼ਨ ਕਰਾਂਗੇ। ਹਾਂਜੀ ਬਲਖ ਬੁਖਾਰਾ ਆਦਿਕ ਪੁਰ ਗਨ, ਬਲਖ ਬੁਖਾਰਾ ਇਤ ਆਦਿਕ ਜਿਹੜੇ ਵੱਡੇ ਵੱਡੇ ਨਗਰ ਸਨ। ਹਾਂਜੀ ਪਸ਼ਚਮ ਦੇਸ਼ ਤੇ ਪਹੁੰਚੇ ਨਰ ਗਨ, ਪਸ਼ਚਮ ਵਾਲੇ ਪਾਸਿਓਂ ਬਹੁਤ ਗੁਰੂ ਘਰ ਦੀ ਸੰਗਤ ਆਈ ਕੀਰਤਪੁਰ ਸਾਹਿਬ। ਹਾਂਜੀ ਸੰਗ ਮਸੰਦ ਲਏ ਮੁਲਤਾਨੀ, ਮੁਲਤਾਨ ਦੇਸ਼ ਤੋਂ ਗੁਰੂ ਕੇ ਮਸੰਦਾਂ ਨੇ ਆਪਣੇ ਨਾਲ ਸੰਗਤ ਲਈ ਤੇ ਸੰਗਤ ਲੈ ਕੇ ਆ ਰਹੇ ਨੇ ਉਹ ਵੀ। ਹਾਂਜੀ ਸਿੱਖ ਗਨ ਅਨਕ ਪਾਣ ਆਨੀ, ਬੜੇ ਉਪਹਾਰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਰਹੇ ਨੇ। ਬੜੀ ਖੁਸ਼ੀ ਨਾਲ ਆ ਰਹੇ ਨੇ। ਇਹ ਨਹੀਂ ਪਤਾ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਛੱਡ ਦੇਣਾ ਹੈ। ਇਸ ਗੱਲ ਦਾ ਪਤਾ ਹੀ ਨਹੀਂ ਕਿਸੇ ਨੂੰ ਜੀ ਅਜੇ। ਹਾਂਜੀ ਦੱਖਣ ਦੇਸ਼ ਤੇ ਆਏ ਉਜੈਨ, ਦੱਖਣ ਦੇਸ਼ ਵਾਲੇ ਪਾਸਿਓਂ ਉਜੈਨ ਵਾਲੇ ਪਾਸਿਓਂ। ਹਾਂਜੀ ਚੱਲ ਪਹੁੰਚੇ ਗੁਰ ਦਰਸ਼ਨ ਲੈਣ, ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ। ਭਾਈ ਗੁਰੂ ਜੀ ਦਾ ਹੁਕਮਨਾਮਾ ਆਇਆ, ਚੱਲੋ ਛੇਤੀ ਚੱਲੋ ਕੀਰਤਪੁਰ ਸਾਹਿਬ। ਹਾਂਜੀ ਅੰਗ ਬੰਗ ਆਦਿਕ ਕੇ ਦੇਸ਼, ਤੇ ਗੁਰਮੁਖੋ ਅੰਗ ਬੰਗ ਭਾਵ ਬੰਗਾਲ ਵਾਲਾ ਦੇਸ਼। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਦਿੱਲੀ ਦੀਆਂ ਸੰਗਤਾਂ, ਬੰਗਾਲ ਦੀਆਂ ਸੰਗਤਾਂ ਸਾਰੀਆਂ ਵੱਡੀ ਗਿਣਤੀ ਵਿੱਚ ਆਨੰਦਪੁਰ ਵਾਹਿਗੁਰੂ ਕੀਰਤਪੁਰ ਸਾਹਿਬ ਆ ਗਈਆਂ ਜੀ। ਹਾਂਜੀ ਕੌਣ ਗਣਹਿ ਪਹੁੰਚੇ ਸੋ ਅਸ਼ੇਸ਼, ਭਾਈ ਸੰਤੋਖ ਸਿੰਘ ਜੀ ਲਿਖਦੇ ਇੰਨੀ ਸੰਗਤ ਇਕੱਠੀ ਹੋ ਗਈ, ਇੰਨੀ ਸੰਗਤ ਇਕੱਠੀ ਹੋ ਗਈ ਜਿਹਦੀ ਸਾਧ ਸੰਗਤ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ। ਹਾਂਜੀ ਬੇਦੀ ਤ੍ਰਹਿਣ ਭੱਲੇ ਜਈ, ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਫੇਰ ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਬੇਦੀਆਂ ਦੀ ਕੁੱਲ ਜੀ। ਹਾਂਜੀ ਕੁਝ ਗੁਰੂ ਅੰਗਦ ਸਾਹਿਬ ਜੀ ਦੀ ਕੁੱਲ ਦੇ, ਕੁਝ ਗੁਰੂ ਅਮਰਦਾਸ ਸਾਹਿਬ ਜੀ ਦੇ ਕੁੱਲ ਦੇ। ਬੇਦੀ ਤੇਹਣ ਭੱਲੇ ਬੰਸ। ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਹੁਕਮਨਾਮੇ ਲਿਖ ਕੇ ਕੋਲ ਬੁਲਾਇਆ ਆਪਣੇ ਦੀ। ਹਾਂਜੀ ਅਨੁਸਾਰੀ ਗੁਰ ਪਹੁੰਚੇ ਤੇ, ਸਾਰੇ ਗੁਰੂ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਦੇ ਕੋਲ ਆ ਗਏ ਜੀ। ਕਦੀ ਜ਼ਿੰਦਗੀ 'ਚ ਸਮਾਂ ਲੱਗੇ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਜ਼ਰੂਰ ਜਾਇਓ ਜੀ। ਹਾਂਜੀ ਜਿੱਥੇ ਸਤਿਗੁਰੂ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਹੈਗਾ ਜੀ। ਕੀਰਤਪੁਰ ਸਾਹਿਬ ਤੇ ਸਰੀਰ ਤੇ ਆ ਗਿਆ ਜੀ। ਜਿੱਥੇ ਮਹਾਰਾਜ ਜੀ ਨੇ, ਮਹਾਰਾਜ ਦਾ ਨਿੱਜੀ ਘਰ ਸੀਗਾ ਪਤਾਲਪੁਰੀ ਵਿੱਚ 6ਵੇਂ ਪਾਤਸ਼ਾਹ ਤੇ 7ਵੇਂ ਪਾਤਸ਼ਾਹ ਦੋਵਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਹੈਗਾ ਜੀ ਪਤਾਲਪੁਰੀ ਗੁਰਦੁਆਰੇ ਜੀ। ਤੇ ਨਾਲ ਹੀ ਉੱਥੋਂ ਅਸਥੀਆਂ ਚੁੱਕ ਕੇ ਇੱਕ ਪਾਸੇ ਨਦੀ ਵਿੱਚ ਪ੍ਰਵਾਹ ਕੀਤੀਆਂ ਗਈਆਂ ਸਨ ਜੀ। ਅਸੀਂ ਥੋੜੇ ਦਿਨ ਪਹਿਲਾਂ ਹੀ ਉੱਥੋਂ ਹੋ ਕੇ ਆਏ ਆ। ਜ਼ਰੂਰ ਸਮਾਂ ਲੱਗੇ ਉਹਨਾਂ ਥਾਵਾਂ ਤੇ ਜਾਓ, ਬੈਠੋ ਤੇ ਕੁਝ ਮਹਿਸੂਸ ਕਰੋ ਜੀ ਉਹਨਾਂ ਥਾਵਾਂ ਤੇ ਜਾ ਕੇ। ਮਹਾਰਾਜ ਜੀ ਦਾ ਹੁਕਮ ਮੰਨ ਕੇ ਬਹੁਤ ਸਾਰੀਆਂ ਸੰਗਤਾਂ ਆ ਗਈਆਂ। ਬੇਦੀ ਤੇਣ ਭੱਲੇ ਸਾਰੇ ਆ ਗਏ ਜੀ। ਹਾਂਜੀ ਜੰਗਲ ਦੇਸ਼ ਸੰਗਤਾਂ ਸੰਗ, ਜੰਗਲ ਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਆ ਗਈਆਂ। ਮਾਲਵੇ ਤੋਂ ਆ ਗਈਆਂ। ਹਾਂਜੀ ਭਗਤੂ ਗਇਓ ਹਿਰਦੇ ਗੁਰ ਰੰਗ, ਤੇ ਗੁਰੂ ਘਰ ਦੇ ਸਿੱਖ ਗੁਰੂ ਰਾਮਦਾਸ ਜੀ ਦੇ ਮਹਾਨ ਸਿੱਖ ਭਾਈ ਭਗਤੂ ਜੀ ਉਹ ਵੀ ਆ ਗਏ ਜੀ। ਹਾਂਜੀ ਤਿਮ ਭਾਈ ਬਹਿਲੋ ਚੱਲ ਆਇਓ, ਭਾਈ ਬਹਿਲੋ ਜੀ ਗੁਰੂ ਅਰਜਨ ਸਾਹਿਬ ਦੇ ਸਿੱਖ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਭਾਈ ਬਹਿਲੋ ਸਭ ਤੋਂ ਪਹਿਲੋ। ਭਾਈ ਬਹਿਲੋ ਜੀ ਸਮੇਤ ਸੰਗਤਾਂ ਦੇ ਕੀਰਤਪੁਰ ਸਾਹਿਬ ਆ ਗਏ। ਹਾਂਜੀ ਸੰਗ ਅਨੇਕ ਗੁਰੂ ਸਿੱਖ ਲਿਆਇਓ, ਤੇ ਨਾਲ ਹੋਰ ਸੰਗਤਾਂ ਬੜੀਆਂ ਲੈ ਕੇ ਆਏ। ਭਾਈ ਮਹਾਰਾਜ ਜੀ ਦਾ ਹੁਕਮਨਾਮਾ ਆਇਆ ਹੈ। ਹਾਂਜੀ ਇਤਿਆਦਕ ਜੇ ਗਿਆਨੀ ਭਏ, ਹੋਰ ਗਿਆਨੀ ਜਿਹੜੇ ਸਿੱਖ ਸਨ ਉਹ ਵੀ ਆਏ। ਹਾਂਜੀ ਗੁਰ ਤੇ ਮੰਜੀ ਪਦ ਕੋ ਲਏ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਕੋਲੋਂ ਮੰਜੀਆਂ ਪ੍ਰਾਪਤ ਕੀਤੀਆਂ ਸਨ। ਗੱਜ ਕੇ ਆਖੋ ਵਾਹਿਗੁਰੂ।
ਮਸੰਦ ਗਿਆਨੀ ਸਿੱਖ ਸਾਰੇ ਹੀ ਕੀਰਤਪੁਰ ਸਾਹਿਬ ਵਿੱਚ ਆ ਗਏ ਜੀ। ਹਾਂਜੀ ਸਭ ਕੋ ਆਏ ਗੁਰੂ ਕੇ ਦੁਆਰੇ, ਹਾਂਜੀ ਭਈ ਭੀਰ ਬਹੁਪੁਰ ਪਰਵਾਰੇ। ਤੇ ਬਹੁਤ ਜ਼ਿਆਦਾ ਕੀਰਤਪੁਰ ਸਾਹਿਬ ਵਿੱਚ ਨਾ ਜੀ ਸੰਗਤਾਂ ਦਾ ਇਕੱਠ ਹੋ ਗਿਆ। ਮਹਾਰਾਜ ਨੇ ਕਿਹਾ ਭਾਈ ਤੰਬੂ ਕਨਾਤਾਂ ਲਾ ਦਿਓ, ਜਿਹਨੂੰ ਜਿੱਥੇ ਜਿੱਥੇ ਥਾਂ ਮਿਲਦੀ ਉੱਥੇ ਉੱਥੇ ਆਸਣ ਲਾ ਲਓ ਜੀ। ਤੁਹਾਨੂੰ ਦੱਸਾਂਗੇ ਆਪਾਂ ਕਿਉਂ ਸੱਦਿਆ ਤੁਹਾਨੂੰ। ਨਿੱਜੀ ਸਿੱਖਾਂ ਨੂੰ ਪਤਾ ਸੀ ਵੀ ਮਹਾਰਾਜ ਨੇ ਚਾਲਾ ਮਾਰ ਜਾਣਾ, ਸਰੀਰ ਛੱਡ ਦੇਣਾ ਜੀ, ਪਰ ਹੋਰ ਕਿਸੇ ਨੂੰ ਨਹੀਂ ਪਤਾ ਜੀ। ਮਹਾਰਾਜ ਨੇ ਕਿਹਾ ਜਿਹਨੂੰ ਜਿੱਥੇ ਜਿੱਥੇ ਥਾਂ ਮਿਲਦੀ ਤੰਬੂ ਲਾ ਲਓ, ਘਰਾਂ ਵਿੱਚ ਥਾਂ ਮਿਲਦੀ ਹੈ ਉੱਥੇ ਉੱਥੇ ਟਿਕ ਜੋ ਸਾਰੀ ਸੰਗਤ। ਹਾਂਜੀ ਸੋ ਸਭ ਆਏ ਚਿਤਵਤ ਐਸੇ, ਹਾਂਜੀ ਗੁਰ ਨੇ ਕਰੇ ਇਕੱਠੇ ਕੈਸੇ। ਉਹ ਹੁਣ ਜਿਹੜੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਨਾ ਜੀ, ਕੋਈ ਬਲਖ ਬੁਖਾਰੇ ਤੋਂ, ਕੋਈ ਮੁਲਤਾਨ ਤੋਂ, ਕੋਈ ਬੰਗਾਲ ਤੋਂ, ਕੋਈ ਦਿੱਲੀ ਤੋਂ, ਪੰਜਾਬ ਚੋਂ, ਹੋਰ ਗੁਰੂ ਕੇ ਮਹਾਨ ਸਿੱਖ ਇਕੱਠੇ ਹੋ ਗਏ। ਉਹ ਵਿਚਾਰ ਕਰਨ ਵੀ ਸੱਚੇ ਪਾਤਸ਼ਾਹ ਨੇ ਸਾਨੂੰ ਅਚਾਨਕ ਹੀ ਕਿਉਂ ਸੱਦਿਆ ਜੀ। ਹਾਂਜੀ ਕਿਨਹੁ ਕਿਉ ਨਾ ਜਾਣੀ ਬਾਤ, ਕਿਸੇ ਨੇ ਕੋਈ ਬਾਤ ਨਹੀਂ ਜਾਣੀ। ਮਹਾਰਾਜ ਨੇ ਰਾਏ ਜੋਧ ਨੂੰ ਵੀ ਸੱਦ ਲਿਆ ਵੀ ਰਾਏ ਜੋਧ ਵੀ ਆਵੇ ਭਾਈ। ਹਾਂਜੀ ਸੁਣ ਸੁਣ ਹੁਕਮ ਪਹੁੰਚ ਅਵਦਾਤ, ਸਾਰੇ ਗੁਰੂ ਜੀ ਦਾ ਹੁਕਮ ਸੁਣ ਸੁਣ ਕੇ ਪਹੁੰਚ ਗਏ ਜੀ। ਰਾਏ ਜੋਧ ਨੂੰ ਵੀ ਗੁਰੂ ਜੀ ਨੇ ਸੱਦ ਲਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਏ ਜੋਧ ਮਹਾਰਾਜ ਜੀ ਨੂੰ ਕਹਿੰਦਾ ਸੀ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਰੱਖੋ। ਮਹਾਰਾਜ ਨੇ ਕਿਹਾ ਸੀ ਤੈਨੂੰ ਗੁਰੂ ਚੇਤਾਉਣਗੇ। ਹਾਂਜੀ ਤੇ ਨਾਲੇ ਰਾਏ ਜੋਧ ਨੇ ਆਖਿਆ ਸੀ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਮਹਾਰਾਜ ਨੇ ਕਿਹਾ ਸੀ ਤੈਨੂੰ ਰੋਜ਼ ਹੀ ਸਾਡੇ ਦਰਸ਼ਨ ਹੋਇਆ ਕਰਨਗੇ। ਹਾਂਜੀ ਤੇ ਗੁਰਮੁਖੋ ਰਾਏ ਜੋਧ ਦੀ ਇੱਛਾ ਜਾਣ ਕੇ ਕਿਤੇ ਰਾਏ ਜੋਧ ਇਹ ਨਾ ਆਖੇ ਵੀ ਮੈਨੂੰ ਦੱਸ ਕੇ ਨਹੀਂ ਗਏ ਜੀ। ਹਾਂਜੀ ਕਿਤੇ ਰਾਏ ਜੋਧ ਇਹ ਨਾ ਆਖੇ ਵੀ ਮਹਾਰਾਜ ਸਰੀਰ ਛੱਡਣ ਲੱਗੇ ਤੇ ਸਾਨੂੰ ਦੱਸਿਆ ਤੱਕ ਨਹੀਂ ਜੀ। ਹਾਂਜੀ ਮਹਾਰਾਜ ਨੇ ਰਾਏ ਜੋਧ ਨੂੰ ਵੀ ਸੱਦਿਆ ਵੀ ਰਾਏ ਜੋਧ ਨੂੰ ਵੀ ਸੱਦੋ ਜੀ। ਰਾਏ ਜੋਧ ਵੀ ਆ ਗਿਆ ਜੀ। ਹੁਣ ਪਤਾ ਨਹੀਂ ਹੈਗਾ ਕਿਸੇ ਨੂੰ ਵੀ ਕਿਉਂ ਛੱਡਿਆ, ਕਿਉਂ ਮਹਾਰਾਜ ਨੇ ਸੱਦਿਆ ਸਾਨੂੰ। ਹਾਂਜੀ ਦੇਸ਼ ਦੁਆਬਾ ਪੁਨਹ ਪਵਾਦ, ਦੁਆਬੇ ਤੋਂ ਵੀ ਬੜੀ ਸੰਗਤ ਆਈ ਜੀ। ਹਾਂਜੀ ਪੁਰ ਗ੍ਰਾਮਨ ਤੇ ਸੁਣ ਸਿੱਖ ਸਾਧ, ਹੋਰ ਆਸੇ ਪਾਸੇ ਪਿੰਡਾਂ ਤੋਂ ਸੰਗਤਾਂ ਆਈਆਂ, ਸਿੱਖ ਸਾਧੂ ਸੰਤ ਜਿਹਨੂੰ ਪਤਾ ਲੱਗਾ ਉਹ ਭੱਜ ਕੇ ਆਇਆ। ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਸੱਦਿਆ ਭਾਈ। ਹਾਂਜੀ ਆਣ ਪਹੁੰਚੇ ਸਤਿਗੁਰ ਪੁਰ ਮੈਂ, ਹਾਂਜੀ ਪੁਰਹਿ ਕਰਹਿ ਕਾਮਨਾ ਉਰਮ ਹੈ। ਮਹਾਰਾਜ ਕੋਲੋਂ ਸਾਰੇ ਸਿੱਖ ਪੁੱਛਦੇ ਮਹਾਰਾਜ ਸਾਨੂੰ ਕਿਉਂ ਸੱਦਿਆ। ਆਪ ਜੀ ਨੇ ਕੋਈ ਖਾਸ ਕਾਰਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਦੱਸਾਂਗੇ, ਸਮਾਂ ਆਉਣ ਤੇ ਦੱਸਾਂਗੇ। ਅਜੇ ਤੁਹਾਨੂੰ ਜਿੱਥੇ ਜਿੱਥੇ ਥਾਂ ਮਿਲਦੀ ਉੱਥੇ ਉੱਥੇ ਹੀ ਟਿਕ ਜੋ ਜੀ। ਹਾਂਜੀ ਤੇ ਇਹਨਾਂ ਦੀ ਇੱਕ ਥਾਂ ਤੇ ਮਹਾਰਾਜ ਨੇ ਤੀਰ ਮਾਰਿਆ ਜੀ, ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਤੀਰ ਮਾਰ ਕੇ ਪਤਾਲਪੁਰੀ ਸਾਹਿਬ ਦਾ ਥਾਂ ਦਾ ਦੱਸਿਆ ਸੀਗਾ ਜੀ। ਹਾਂਜੀ ਤੇ ਮਹਾਰਾਜ ਵਿਚਰਦੇ ਨਾ ਜੀ ਇੱਕ ਦਿਨ ਆਨੰਦਪੁਰ ਸਾਹਿਬ ਵਾਲੇ ਏਰੀਏ 'ਚ ਚਲੇ ਗਏ ਜੀ। ਉੱਥੋਂ ਥੋੜੀ ਦੂਰ ਤੇ ਉੱਥੇ ਗੁਰਦੁਆਰਾ ਵੀ ਬਣਿਆ ਆਨੰਦਪੁਰ ਸਾਹਿਬ। ਉੱਥੇ ਜਾ ਕੇ ਮਹਾਰਾਜ ਨੇ ਭਵਿੱਖਤ ਵਾਕ ਕੀਤੇ ਸੀ ਭਾਈ ਜਦੋਂ ਅਸੀਂ 10ਵੇਂ ਜਾਮੇ 'ਚ ਆਉਣਾ ਇੱਥੇ ਤਖਤ ਬਣਾਉਣਾ ਕਹਿਣ ਲੱਗੇ। ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਨਵਾਂ ਰੂਪ ਹੀ ਦੇ ਦੇਣਾ ਜੀ। ਉੱਥੇ ਆਨੰਦਪੁਰ ਸਾਹਿਬ ਵਿੱਚ ਨਾ ਜੀ ਪਹਿਲਾਂ 6ਵੇਂ ਪਾਤਸ਼ਾਹ ਗਏ ਤੇ ਇੱਕ ਪਾਸੇ ਖਲੋ ਕੇ ਬਚਨ ਕੀਤਾ ਗੁਰੂ ਜੀ ਨੇ ਇੱਥੇ ਬਹੁਤ ਕੁਝ ਹੋਣਾ ਕਹਿਣ ਲੱਗੇ। ਇੱਥੇ ਬਹੁਤ ਕੁਝ ਹੋਣਾ। ਉਹ ਅੱਜ ਤੁਹਾਨੂੰ ਪਤਾ ਹੀ ਹੈ ਆਨੰਦਪੁਰ ਸਾਹਿਬ ਦੀਆਂ ਬਖਸ਼ਿਸ਼ਾਂ ਦੀ। ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਤੁਹਾਨੂੰ ਜਿੱਥੇ ਜਿੱਥੇ ਥਾਂ ਮਿਲਦੀ ਉੱਥੇ ਉੱਥੇ ਬਹਿ ਜਾਓ, ਉੱਥੇ ਉੱਥੇ ਟਿਕ ਜਾਓ। ਸਮਾਂ ਆਏਗਾ ਤੁਹਾਨੂੰ ਦੱਸ ਦਿਆਂਗੇ ਵੀ ਆਪਾਂ ਕਿਉਂ ਸੱਦਿਆ ਸਾਰਿਆਂ ਨੂੰ। ਹਾਂਜੀ ਪੁਨ ਸਤਿਗੁਰ ਦਾਸੀ ਸਮਝਾਈ, ਇੱਕ ਦਾਸੀ ਨੂੰ ਗੁਰੂ ਜੀ ਨੇ ਸੱਦਿਆ, ਇੱਕ ਬੀਬੀ ਨੂੰ ਕੋਲ ਸੱਦਿਆ ਦਾਸੀ ਨੂੰ ਸਾਰੀ ਗੱਲ ਸਮਝਾਈ ਵੀ ਸਾਡੀ ਨਹੁੰ ਕੋਲ ਜਾ, ਉਹਨੂੰ ਆਖ ਵੀ ਆਪਣਾ ਪੁੱਤਰ ਤੀਰ ਮੱਲ ਨੂੰ ਵੀ ਸੱਦੇ ਜੀ। ਹਾਂਜੀ ਪੱਠੀ ਨੁਖਾ ਢਿਗ ਸਗਲ ਸੁਣਾਈ, ਆਪਣੀ ਨਹੁੰ ਕੋਲ ਉਹ ਦਾਸੀ ਭੇਜੀ ਜੀ। ਉਸ ਦਾਸੀ ਨੇ ਜਾ ਕੇ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਲਾਇਆ ਤੁਸੀਂ ਕਰਤਾਰਪੁਰ ਸਾਹਿਬ ਜਾਓ ਤੇ ਤੀਰ ਮੱਲ ਨੂੰ ਲੈ ਕੇ ਆਓ। ਹਾਂਜੀ ਤੀਰ ਮੱਲ ਨਿਜ ਸੁਤ ਕੋ ਆਨਹ, ਮਿਲਹਿ ਸਭਨ ਕੋ ਹੁਕਮ ਬਖਾਨਹ। ਉਹਨੂੰ ਆਖੋ ਗੁਰੂ ਜੀ ਦਾ ਹੁਕਮ ਹੈ, ਤੀਰ ਮੱਲ ਨੂੰ ਆਖੋ ਉਹ ਕੀਰਤਪੁਰ ਸਾਹਿਬ ਵਿੱਚ ਆਵੇ। ਮਹਾਰਾਜ ਨੇ ਜ਼ਰੂਰੀ ਸੱਦਿਆ ਉਹਨੂੰ। ਹਾਂਜੀ ਸੁਣ ਗਮਨੀ ਤਬ ਪੁਰ ਕਰਤਾਰ, ਗੁਰੂ ਸਾਹਿਬ ਜੀ ਦੀ ਨਹੁੰ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਗੁਰਦਿੱਤਾ ਜੀ ਦੀ ਪਤਨੀ ਜੀ
ਹੁਕਮ ਮੰਨ ਕੇ ਛੇਤੀ ਨਾ ਜੀ ਉਹ ਕਰਤਾਰਪੁਰ ਸਾਹਿਬ ਪਹੁੰਚ ਗਏ ਜੀ। ਹਾਂਜੀ, ਸੁਤ ਸੋ ਜਾਏ ਮਿਲੀ ਹਿਤ ਧਾਰ, ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਮਾਤਾ ਜੀ ਮਿਲੇ। ਹਾਂਜੀ, ਧੀਰ ਮਲ ਕੋ ਬਹੁ ਸਮਝਾਇਓ, ਹਾਂਜੀ, ਅਬ ਗਮਨ ਹੋ ਤੁਜ ਗੁਰੂ ਬੁਲਾਇਓ। ਹੁਣ 9 ਮਹਾਰਾਜ ਜੀ ਦੇ ਸਨ ਜੀ, ਉਹਨਾਂ ਨੂੰ ਪਤਾ ਹੀ ਵੀ ਗੁਰੂ ਜੀ ਨੇ ਸਰੀਰ ਛੱਡ ਦੇਣਾ ਜੀ। ਜਾ ਕੇ ਧੀਰ ਮਲ ਨੂੰ ਆਖਿਆ, ਧੀਰ ਮਲ ਸਮਾਂ ਸਾਂਭਣ ਵਾਲਾ ਈ ਤੂੰ ਕਰਤਾਰਪੁਰ ਛੱਡ ਤੇ ਕੀਰਤਪੁਰ ਸਾਹਿਬ ਪਹੁੰਚ ਜਾ। ਹਾਂਜੀ, ਸ਼੍ਰੀ ਹਰਿ ਰਾਏ ਅਨੁਜ ਹੈ ਤੇਰੋ, ਸ਼੍ਰੀ ਹਰਿ ਰਾਏ ਜੀ ਤੇਰੇ ਛੋਟੇ ਭਰਾ ਨੇ, ਛੋਟੇ। ਹਾਂਜੀ, ਤਿਸ ਪਰ ਗੁਰ ਕੋ ਰੁਖ ਬਿਹੁ ਤੇਰੋ, ਪਰ ਤੈਨੂੰ ਮੈਂ ਦੱਸ ਦਿਆਂ, ਭਾਵੇਂ ਤੂੰ ਵੱਡਾ ਭਰਾ ਉਹਨਾਂ ਦਾ, ਪਰ ਗੁਰੂ ਹਰਗੋਬਿੰਦ ਸਾਹਿਬ ਤੇਰੇ ਛੋਟੇ ਭਰਾ ਤੇ ਬੜੇ ਖੁਸ਼ ਹੀ ਕਹਿਣ ਲੱਗੇ। ਹਾਂਜੀ, ਲਖੀ ਜਾਏ ਅਰ ਬਿਦਤੀ ਬਾਤ, ਮੈਨੂੰ ਇਹ ਗੱਲ ਸਮਝ ਵਿੱਚ ਆਉਂਦੀ ਹੈ ਤੇ ਸਾਰੇ ਪਾਸੇ ਇਹ ਗੱਲ ਮਸ਼ਹੂਰ ਹੋ ਗਈ ਹੈ। ਕੀ ਜੀ? ਹਾਂਜੀ, ਤਿਸ ਕੋ ਗੁਰਤਾ ਦੇ ਅਵਦਾਤ, ਕੀ ਮਹਾਰਾਜ ਨੇ ਸੰਗਤ ਵੀ ਬਹੁਤ ਇਕੱਠੀ ਕਰ ਲਈ ਹੈ। ਖਾਸ ਬੰਦਿਆਂ ਨੂੰ ਇਸ ਗੱਲ ਦਾ ਪਤਾ, ਗੁਰੂ ਜੀ ਨੇ ਥੋੜੇ ਦਿਨਾਂ ਵਿੱਚ ਗੁਰਤਾ ਗੱਦੀ ਤੇਰੇ ਛੋਟੇ ਭਰਾ ਨੂੰ ਦੇ ਦੇਣੀ ਹੈ। ਹਾਂਜੀ, ਜੇ ਤੂੰ ਨਿਕਟ ਰਹਿ ਅਨੁਸਾਰੀ, ਤੇ ਸਮਾਂ ਤੇਰੇ ਕੋਲ ਹੈਗਾ। ਜੇ ਤੂੰ ਹੁਣ ਵੀ ਗੁਰੂ ਜੀ ਦੇ ਕੋਲ ਚਲੇ ਨੇ, ਗੁਰੂ ਜੀ ਦੇ ਅਨੁਸਾਰੀ ਰਹੇ। ਹਾਂਜੀ, ਜੇਸ਼ਟ ਭਰਾਤ ਮਹਾ ਮਤ ਧਾਰੀ, ਆਖਰ ਤੂੰ ਵੱਡਾ ਕਹਿਣ ਲੱਗੇ, ਹੋ ਸਕਦਾ ਗੁਰੂ ਹਰਗੋਬਿੰਦ ਸਾਹਿਬ ਤੈਨੂੰ ਗੱਦੀ ਦੇ ਦੇਣ ਜੀ। ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਇੱਥੇ ਮਾਤਾ ਜੀ ਵੀ ਉਹਨੂੰ ਸੱਦਣ ਦੇ ਬਹਾਨੇ ਹੀ ਕਰਨ ਦੇ ਜੀ। ਮਾਤਾ ਜੀ ਨੂੰ ਵੀ ਪਤਾ ਵੀ ਗੁਰਤਾ ਗੱਦੀ ਧੁਰੋਂ ਹੀ ਗੁਰੂ ਹਰ ਰਾਏ ਸਾਹਿਬ ਜੀ ਦੇ ਲੇਖਾਂ 'ਚ ਲਿਖੀ ਹੈ ਜੀ। ਹਾਂਜੀ, ਉਹ ਧੀਰ ਮਲ ਦੇ ਤੇ ਭਾਵੇਂ ਆਪੇ ਬਣ ਕੇ ਗੁਰੂ ਬੈਠਾ, ਉਹਦੀ ਕਿਸਮਤ 'ਚ ਥੋੜੀ ਹੈਗੀ ਜੀ ਇਹ ਚੀਜ਼ ਜੀ। ਹਾਂਜੀ, ਉਚਤ ਅਹੈ ਗਾਦੀ ਪਰ ਬੈਠਣ, ਹੁਣ ਸਮਾਂ ਬੜਾ ਉਚਤ ਹੀ ਗੱਦੀ ਤੇ ਬੈਠਣ ਦਾ। ਚੱਲ ਮੇਰੇ ਨਾਲ, ਹੋ ਸਕਦਾ ਤੂੰ ਸੇਵਾ ਕਰੇ, ਜਾਂਦਿਆਂ ਜਾਂਦਿਆਂ ਤੈਨੂੰ ਗੱਦੀ ਤੇ ਬਿਠਾ ਦੇਣਾ। ਹਾਂਜੀ, ਸਿੱਖ ਸੰਗਤ ਸਭ ਕੀਨ ਇਕੱਠਨ, ਸੰਗਤ ਉਹਨਾਂ ਇਕੱਠੀ ਕਰ ਲਈ। ਉਹ ਕੀਰਤਪੁਰ ਸਾਹਿਬ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹੈਗੀ। ਇੰਨੀ ਸੰਗਤ ਇਕੱਠੀ ਕਰ ਲਈ ਹੈ। ਮਹਾਰਾਜ ਨੇ ਸਰੀਰ ਛੱਡ ਦੇਣਾ ਤੇ ਗੁਰਤਾ ਗੱਦੀ ਜਾਂ ਤੈਨੂੰ ਦੇਣਗੇ ਜਾਂ ਤੇਰੇ ਛੋਟੇ ਭਰਾ ਨੂੰ। ਸਾਰੇ ਕਹਿੰਦੇ ਛੋਟਿਆਂ ਨੂੰ ਦੇਣੀ ਹੈ, ਪਰ ਜੇ ਤੂੰ ਸੇਵਾ ਕਰ ਲਈ ਤੇ ਹੋ ਸਕਦਾ ਤੈਨੂੰ ਗੱਦੀ ਮਿਲ ਜੇ। ਹਾਂਜੀ, ਪ੍ਰਿਥਕ ਰਹਿਣ ਤੁਝ ਕਿਉਂ ਬਣ ਆਵੇ, ਤੇ ਤੂੰ ਇੱਥੇ ਇਕੱਲਾ ਕਿਉਂ ਬੈਠਾ ਹੈ। ਹਾਂਜੀ, ਗੁਰ ਤੇ ਗੁਰਤਾ ਕਿਉਂ ਨਹਿ ਪਾਵੇ, ਤੇ ਚੱਲ ਗੁਰਤਾ ਗੱਦੀ ਤੈਨੂੰ ਮਿਲ ਸਕਦੀ ਹੈ। ਹੁਣ ਸਮਾਂ ਆਈ। ਮਾਤਾ ਜੀ ਨੇ ਬੜੀਆਂ ਹੀ ਗੱਲਾਂ ਉਹਨੂੰ ਆਖੀਆਂ ਜੀ। ਧੀਰ ਮਲ ਨੇ ਇੱਥੋਂ ਤੱਕ ਕਹਿਤਾ ਵੀ ਮੇਰੇ ਕੋਲ ਗ੍ਰੰਥ ਸਾਹਿਬ ਹੈ, ਜਿਹਦੇ ਕੋਲ ਗ੍ਰੰਥ ਹੁੰਦਾ ਉਹ ਗੁਰੂ ਹੁੰਦਾ ਕਹਿਣ ਲੱਗਾ, ਤੇ ਮੈਨੂੰ ਉਹਨਾਂ ਕੋਲੋਂ ਗੱਦੀ ਲੈਣ ਦੀ ਲੋੜ ਨਹੀਂ, ਮੈਂ ਆਪੇ ਗੁਰੂ ਬਣ ਬੈਠਾ ਕਹਿਣ ਲੱਗੇ। ਮਾਤਾ ਜੀ ਕਹਿੰਦੇ ਤੂੰ ਵੱਖਰਾ ਭਾਵੇਂ ਜਿੰਨਾ ਮਰਜ਼ੀ ਬਹਿ ਜਾ, ਜਿੰਨਾ ਚਿਰ ਤੱਕ ਉਹ ਨਹੀਂ ਕਹਿਣਗੇ ਵੀ ਧੀਰ ਮਲ ਗੁਰੂ ਹੈ, ਉਹਨਾਂ ਚਿਰ ਤੱਕ ਤੂੰ ਗੁਰੂ ਨਹੀਂ ਹੋਏਗਾ ਜੀ। ਸਮਾਂ ਹੈਗਾ ਸਾਂਭ ਲਾ। ਮਾਤਾ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਵੀ ਚਲੋ ਹੋਰ ਨਹੀਂ ਤੇ ਤਿਆਰ ਤੇ ਹੋਵੇ ਉੱਥੇ ਜਾਣ ਵਾਸਤੇ। ਪਤਾ ਤੇ ਅੰਦਰੋਂ ਮਾਤਾ ਜੀ ਨੂੰ ਵੀ ਗੁਰਤਾ ਗੱਦੀ ਗੁਰੂ ਹਰ ਰਾਏ ਸਾਹਿਬ ਨੂੰ ਹੀ ਮਿਲਣੀ ਹੈ। ਹਾਂਜੀ, ਇਹ ਮੁਸਣ ਕਰ ਹੋਇਓ ਤਬ ਤਿਆਰ, ਜਦੋਂ ਉਹਨੇ ਮਾਤਾ ਜੀ ਦੀਆਂ ਇਹੋ ਜੀਆਂ ਗੱਲਾਂ ਸੁਣੀਆਂ ਤੇ ਧੀਰ ਮਲ ਫਿਰ ਕੀਰਤਪੁਰ ਸਾਹਿਬ ਜਾਣ ਨੂੰ ਤਿਆਰ ਹੋ ਗਿਆ ਜੀ। ਹਾਂਜੀ, ਭਈ ਸਕਾਰ ਭਇਓ ਅਸਵਾਰ, ਘੋੜੇ ਤੇ ਅਸਵਾਰ ਹੋ ਗਿਆ। ਜਿੱਥੇ ਇੰਨੇ ਲੋਕ ਆਏ ਉੱਥੇ ਮੈਂ ਵੀ ਚੱਲ ਜਾਣਾ। ਹਾਂਜੀ, ਤੁਰਨ ਮਗ ਚੱਲ ਆਏ ਪਹੁੰਚਾ, ਹਾਂਜੀ, ਜਹਾਂ ਬਿਰਾਜਹਿ ਸਤਿਗੁਰ ਊਚਾ, ਤੇ ਜਿੱਥੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਵਿੱਚ ਸੱਜੇ ਸਨ, ਉੱਥੇ ਫਿਰ ਧੀਰ ਮਲ ਪਹੁੰਚ ਗਿਆ ਜੀ। ਹੁਣ ਮਹਾਰਾਜ ਨੇ ਗੁਰਤਾ ਗੱਦੀ ਦੇਣੀ ਆਪਣੇ ਪੋਤਰੇ ਨੂੰ ਜੀ, ਗੁਰੂ ਹਰ ਰਾਏ ਸਾਹਿਬ ਨੂੰ, ਤੇ ਫਿਰ ਸਰੀਰ ਤਿਆਗ ਦੇਣਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਿੰਨੇ ਸਾਰੀ ਕਥਾ ਨਹੀਂ ਨਾ ਛੇਵੇਂ ਪਾਤਸ਼ਾਹ ਦੀ ਸੁਣੀ, ਉਹ ਇਹਨਾਂ ਦਿਨਾਂ 'ਚ ਕਥਾ ਜ਼ਰੂਰ ਸੁਣਿਓ ਜੀ। ਬਹੁਤ ਕੁਝ ਪ੍ਰਾਪਤ ਹੋਏਗਾ, ਬੜੀ ਖੁਸ਼ੀ ਮਿਲੇਗੀ ਜੀ। ਮਹਾਰਾਜ ਜੀ ਦੇ ਸਰੀਰ ਛੱਡਣ ਦੀ ਕਥਾ ਜੀ, ਉਹ ਇਹਨਾਂ ਦਿਨਾਂ ਵਿੱਚ ਜ਼ਰੂਰ ਕਥਾ ਸੁਣਿਓ। ਧੀਰ ਮਲ ਇਹੋ ਸੋਚ ਨੂੰ ਲੈ ਕੇ ਆਇਆ ਵੀ ਹਰੇ ਮੈਨੂੰ ਗੁਰੂ ਬਣਾ ਦੇਣ ਜੀ। ਹੁਣ ਇਹਦੇ ਤੋਂ ਅਗਲੀ ਕਥਾ ਜਿਹੜੀ ਉਹ ਆਪਾਂ ਕੱਲ ਨੂੰ ਸੁਣਾਂਗੇ। ਹੁਣ 4 ਮਿੰਟ ਰਹਿ ਗਏ ਨੇ, ਘੜੀ ਸਤਨਾਮ ਵਾਹਿਗੁਰੂ ਜਪੋ, ਫਿਰ ਆਪਾਂ ਖਿਮਾ ਮੰਗੀਏ। ਸਾਰੀ ਸੰਗਤ ਬੜੇ ਪ੍ਰੇਮ ਨਾਲ ਉਚਾਰਨ ਕਰੋ, ਸਤਨਾਮ ਸਤਨਾਮ ਵਾਹਿਗੁਰੂ। ਹਾਂਜੀ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ ਦਇਆ ਕਰਨ। ਤੁਸੀਂ ਇੱਕ ਹਿਸਾਬ ਲਾਓ, ਧੀਰ ਮੱਲ ਗੁਰੂ ਜੀ ਦੇ ਪਰਿਵਾਰ ਵਿੱਚ ਰਹਿ ਕੇ ਵੀ ਇੰਨਾ ਲਾਭ ਨਹੀਂ ਉਠਾ ਸਕਿਆ ਜੀ। ਹਾਂਜੀ, ਹੋਰ ਜਾਤੀ ਮਲਕ ਜੀ ਵਰਗੇ ਸਿੱਖ ਬਾਹਰੋਂ ਆ ਕੇ ਬੜਾ ਲਾਭ ਲੈ ਗਏ ਜੀ। ਹਾਂਜੀ, ਕਿੰਨਾ ਉਹਨਾਂ ਲਾਭ ਲੈ ਲਿਆ, ਬ੍ਰਹਮ ਗਿਆਨ ਤੱਕ ਦੀ ਦਾਤ ਲੈ ਗਏ ਜੀ। ਗਾਂ ਆਪਣੇ ਕੁੱਲ ਪਰਿਵਾਰਾਂ ਵਿੱਚ ਗੁਰੂ ਦੀਆਂ ਸਿੱਖੀ ਦੀਆਂ ਬਖਸ਼ਿਸ਼ਾਂ ਕਰਾ ਗਏ ਜੀ ਉਹ। ਹਾਂਜੀ, ਤੇ ਵਿੱਚ ਰਹਿ ਕੇ ਕੀਤੀ ਈਰਖਾ, ਵਿੱਚ ਰਹਿ ਕੇ ਕੀਤਾ ਵਿਰੋਧ, ਤੇ ਵਿੱਚ ਰਹਿ ਕੇ ਮਨ ਦੇ ਫੁਰਨੇ ਮਾੜੇ ਹੀ ਰੱਖੇ ਜੀ। ਤੇ ਤੀਰ ਮੱਲ ਖਾਲੀ ਦਾ ਖਾਲੀ ਰਹਿ ਗਿਆ ਜੀ। ਹਾਂਜੀ, ਬਲਕਿ ਗੁਰੂ ਜੀ ਨੇ ਆਪ ਆਖਿਆ, ਭਾਈ ਸਿੱਖੋ ਇਹਦੇ ਮੂੰਹ ਨਾ ਲੱਗਿਓ ਕਹਿਣ ਲੱਗੇ, ਇਹਦੇ ਨਾਲ ਵਰਤਿਓ ਨਾ ਕਹਿਣ ਲੱਗੇ, ਇਹ ਬੰਦਾ ਦੁਬਦਾ ਪੈਦਾ ਕਰਦਾ ਜੀ। ਹਾਂਜੀ, ਤੇ ਬਾਹਰੋਂ ਆ ਕੇ ਲਾਭ ਲੈ ਗਏ ਜੀ। ਤੇ ਤੀਰ ਮੱਲ ਘਰ ਰਹਿ ਕੇ ਵੇਖੋ ਕੀ ਕੁਝ ਲੈ ਗਿਆ ਜੀ, ਭਾਵ ਖਾਲੀ ਰਹਿ ਗਿਆ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਇਹਦੇ ਤੋਂ ਅਗਲਾ ਪ੍ਰਸੰਗ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਰ ਸੰਗਤ ਨੂੰ ਆਖੋ ਸਾਰੇ ਹੀ ਆਉਣ, ਅੱਜ ਕੱਲ ਸਾਰੇ ਹੀ ਸੁਣਨ ਜੀ। ਸਤਿਗੁਰੂ ਜੀ ਦੇ ਅੰਤਮ ਸਮੇਂ ਦੀ ਕਥਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।